ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਆਪ ਸਭ ਜਾਣਦੇ ਹੋ ਕਿ ਆਪਣੇ ਦੇਸ਼ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ। ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ, ਪੰਜਾਬ ਦੀਆਂ ਹੱਦਾਂ ਤੋਂ ਬਾਹਰ ਨਿਕਲ ਕੇ ਦਿੱਲੀ ਵੱਲ ਪਹੁੰਚਿਆ, ਦਿੱਲੀ ਤੋਂ ਪੂਰੇ ਦੇਸ਼ ਵਿੱਚ ਫੈਲਿਆ ਤੇ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ ਜਿੱਥੇ ਭਾਰਤੀ ਬੈਠੇ ਨੇ। ਪੰਜਾਬੀ ਸ਼ਬਦ ਮੈਂ ਤਾਂ ਨਹੀਂ ਵਰਤਿਆ ਕਿਉਂਕਿ ਇਕੱਲੇ ਪੰਜਾਬੀ ਹੀ ਹੁਣ ਮੁਜ਼ਾਹਰੇ ਨਹੀਂ ਕਰ ਰਿਹਾ, ਬਾਕੀ ਸੂਬਿਆਂ ਦੇ ਲੋਕ ਵੀ ਸ਼ਾਮਲ ਹੋ ਰਹੇ ਨੇ। ਪੰਜਾਬ ਦੇ ਨਾਲ ਹਰਿਆਣਾ, ਯੂਪੀ, ਰਾਜਸਥਾਨ, ਇੱਥੋਂ ਕਿ ਗੁਜਰਾਤੀ ਲੋਕ ਵੀ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਵਪਾਰੀ ਬਿਰਤੀ ਦੇ ਨੇ, ਮਹਾਰਾਸ਼ਟਰ ਵਾਲੇ, ਆਂਧਰਾ ਪ੍ਰਦੇਸ਼ ਵਾਲੇ, ਜਿੱਥੇ ਜਿੱਥੇ ਬੈਠੇ ਨੇ, ਤਾਮਿਲ ਵਾਲੇ ਵੀ ਜਿੱਥੇ ਜਿੱਥੇ ਬੈਠੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਬੇਸ਼ੱਕ ਮੈਜੋਰਟੀ ਪੰਜਾਬੀਆਂ ਦੀ ਹੀ ਹੁੰਦੀ ਹੈ, ਪਰ ਜਿਹੜੇ ਲੋਕ ਚਿਤੰਨ ਬਿਰਤੀ ਦੇ ਨੇ ਜਿੱਥੇ ਜਿੱਥੇ ਬੈਠੇ ਨੇ ਉੱਥੇ ਉੱਥੇ ਮੁਜ਼ਾਹਰੇ ਹੋ ਰਹੇ ਨੇ। ਪੰਜਾਬ ਤੋਂ ਚੱਲਿਆ ਅੰਦੋਲਨ, ਪਹਿਲਾਂ ਨੈਸ਼ਨਲ ਬਣਿਆ, ਫਿਰ ਇੰਟਰਨੈਸ਼ਨਲ ਬਣ ਗਿਆ ਤੇ ਇੰਟਰਨੈਸ਼ਨਲ ਜਿਸ ਪੱਧਰ ਦਾ ਅੰਦੋਲਨ ਬਣਿਆ। ਇੱਦਾਂ ਬਹੁਤੇ ਅੰਦੋਲਨਾਂ ਨੂੰ ਐਡਾ ਹੰਗਾਰਾ ਨਹੀਂ ਮਿਲਿਆ ਕਰਦਾ। ਆਪ ਸਭ ਨੇ ਦੇਖਿਆ ਹੋਵੇਗਾ ਕਿ ਪੰਜਾਬ ਤੋਂ ਬਾਅਦ, ਦਿੱਲੀ ਤੋਂ ਬਾਅਦ ਲੰਡਨ ਵਿੱਚ ਮੁਜ਼ਾਹਰੇ ਹੋਏ, ਯੂਕੇ ਦੇ ਸ਼ਹਿਰਾਂ ਦੇ ਵਿੱਚ, ਲੰਡਨ 'ਚ ਹੋਏ, ਬਰਮਿੰਗਮ 'ਚ ਹੋਏ, ਗਲਾਸਗੋ 'ਚ ਹੋਏ, ਨਿਊਕਾਸਲ 'ਚ ਹੋਏ, ਲੈਸਟਰ 'ਚ ਹੋਏ, ਔਰ ਬਾਕੀ ਸਾਰੇ ਸ਼ਹਿਰਾਂ 'ਚ ਵੀ ਆਪੋ ਆਪਣੀ ਮਿੱਤ ਮੁਤਾਬਕ ਸਾਰਿਆਂ ਨੇ ਮੁਜ਼ਾਹਰੇ ਕੀਤੇ। ਬੇਸ਼ੱਕ ਕਰੋਨਾ ਵਾਇਰਸ ਦਾ ਪੀਰੀਅਡ ਚੱਲ ਰਿਹਾ ਸੀਗਾ, ਇੱਕ ਤਰ੍ਹਾਂ ਦੀ ਮਹਾਮਾਰੀ ਚੱਲ ਰਹੀ ਸੀ, ਲਾਕਡਾਊਨ ਚੱਲ ਰਿਹਾ ਸੀ, ਫਿਰ ਵੀ ਹੋਏ। ਇੱਦਾਂ ਹੀ ਯੂਰਪ ਦੇ ਸਾਰੇ ਦੇਸ਼ਾਂ 'ਚ, ਇਟਲੀ 'ਚ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਫਰਾਂਸ ਦੇ ਵਿੱਚ ਵੱਖ-ਵੱਖ ਸ਼ਹਿਰਾਂ 'ਚ, ਜਰਮਨ ਦੇ ਵੱਖ-ਵੱਖ ਸ਼ਹਿਰਾਂ 'ਚ, ਸਵੀਡਨ, ਨਾਰਵੇ, ਡੈਨਮਾਰਕ ਤੱਕ, ਜਿੱਥੇ ਕਦੀ ਕੋਈ ਮੁਜ਼ਾਹਰੇ ਨਹੀਂ ਹੋਈ, ਸਵੀਡਨ ਤੱਕ, ਉਹਨਾਂ ਸਾਰੇ ਦੇਸ਼ਾਂ ਦੇ ਵਿੱਚ, ਸਵਿਟਜ਼ਰਲੈਂਡ ਦੇ ਵਿੱਚ, ਸਪੇਨ ਦੇ ਵਿੱਚ, ਪੁਰਤਗਾਲ ਦੇ ਵਿੱਚ, ਵਿਆਨਾ ਦੇ ਵਿੱਚ, ਜਿਹੜੀ ਆਸਟਰੀਆ ਦੀ ਰਾਜਧਾਨੀ ਆ, ਉਹਨਾਂ ਸਾਰੇ ਦੇਸ਼ਾਂ 'ਚ, ਯੂਰਪੀ ਦੇਸ਼ਾਂ ਦੇ ਵਿੱਚ ਵੀ ਮੁਜ਼ਾਹਰੇ ਹੋਏ। ਤੇ ਜਦੋਂ ਇੱਥੋਂ ਕਿਤੇ ਗਾਂਹ ਟੱਪਦੇ ਫਿਰ ਕੈਨੇਡਾ 'ਚ ਬਹੁਤ ਵੱਡੇ, ਅਮਰੀਕਾ 'ਚ ਬਹੁਤ ਵੱਡੇ, ਆਸਟ੍ਰੇਲੀਆ 'ਚ, ਨਿਊਜ਼ੀਲੈਂਡ 'ਚ, ਅਰਜਨਟੀਨਾ ਵਰਗੇ ਦੇਸ਼ ਦੇ ਵਿੱਚ, ਔਰ ਮੈਂ ਪਹਿਲਾਂ ਕਦੀ ਨਹੀਂ ਸੀ ਸੁਣਿਆ, ਹਾਂਗਕਾਂਗ ਦੇ ਵਿੱਚ ਕਿਸਾਨਾਂ ਦੇ ਬਹੁਤ ਵੱਡੇ ਮੁਜ਼ਾਹਰੇ ਹੋਏ, ਕਿਸਾਨਾਂ ਦੇ ਹੱਕ ਦੇ ਵਿੱਚ, ਹਾਂਗਕਾਂਗ ਦੇ ਵਿੱਚ, ਮਲੇਸ਼ੀਆ ਦੇ ਵਿੱਚ। ਔਰ ਪਹਿਲੀ ਵਾਰੀ ਸੁਣਨ ਨੂੰ ਮਿਲਿਆ ਪਾਕਿਸਤਾਨ ਦੇ ਵਿੱਚ ਵੀ, ਉੱਥੇ ਵੀ ਕਿਸਾਨਾਂ ਨੇ ਮੁਜ਼ਾਹਰੇ ਕੀਤੇ। ਲਾਹੌਰ ਦੇ ਵਿੱਚ ਕੀਤਾ, ਨਨਕਾਣਾ ਸਾਹਿਬ ਦੇ ਵਿੱਚ ਇੱਕ ਵੱਖਰਾ ਇਕੱਠ ਕੀਤਾ ਗਿਆ। ਔਰ ਦੁਨੀਆ ਭਰ ਦੇ ਵਿੱਚ ਕਿਸਾਨਾਂ ਦੇ ਨਾਲ ਇੱਕ ਤਰ੍ਹਾਂ ਦੀ ਜਕਜਾਹਿਤੀ ਜ਼ਾਹਰ ਕੀਤੀ ਗਈ, ਖਾਸ ਕਰਕੇ 26 ਜਨਵਰੀ ਦੇ ਦਿਨਾਂ ਦੇ ਵਿੱਚ ਜਾਂ ਉਦੋਂ ਬਾਅਦ 'ਚ ਵੀ। ਔਰ ਆਪਣੇ ਆਪ 'ਚ ਪੰਜਾਬ ਤੋਂ ਤੁਰਿਆ ਅੰਦੋਲਨ ਇੰਟਰਨੈਸ਼ਨਲ ਪੱਧਰ ਦਾ ਅੰਦੋਲਨ ਬਣ ਗਿਆ। ਬੜੇ ਉੱਚੇ ਨੀਵੇਂ ਦੌਰ ਦੇਖੇ ਇਸ ਅੰਦੋਲਨ ਨੇ। ਕਦੀ ਸਿਖਰਾਂ ਸੁੰਘਦਾ ਨਜ਼ਰ ਆਉਂਦਾ ਸੀ, ਕਦੀ ਡਿੱਗ ਪਿਆ ਜਿੱਦਾਂ ਖਾਈ ਵਿੱਚ ਡਿੱਗਿਆ ਹੁੰਦਾ ਹੈ, ਇੱਦਾਂ ਲੱਗਦਾ ਸੀ ਦਮ ਤੋੜ ਗਿਆ, ਬਸ ਅੱਜ ਦੀ ਰਾਤ ਤੇ ਇਦੋਂ ਬਾਅਦ ਬਸ। ਪਰ ਫਿਰ ਇੱਕਦਮ ਅੰਦੋਲਨ ਉੱਭਰਿਆ ਤੇ ਹੁਣ ਫਿਰ ਉਹ ਪਹਿਲੇ ਵਾਲੇ ਲੈਵਲ ਤੇ ਆ ਗਿਆ, ਜਿੱਥੇ 26 ਜਨਵਰੀ ਤੋਂ ਪਹਿਲਾਂ ਖੜਾ ਸੀ। 26 ਜਨਵਰੀ ਦਾ ਇਕੱਠ ਤਾਂ ਬੇਮਿਸਾਲ ਸੀ, ਪਰ ਜਿੱਥੇ 26 ਜਨਵਰੀ ਤੋਂ ਪਹਿਲਾਂ ਖੜਾ ਸੀ, ਜਿੱਥੇ 24 ਜਨਵਰੀ ਨੂੰ ਖੜਾ ਸੀ, ਜਿੱਥੇ 25 ਜਨਵਰੀ ਨੂੰ ਖੜਾ ਸੀ, ਅੰਦੋਲਨ ਫਿਰ ਉੱਥੇ ਖੜਾ ਹੋ ਗਿਆ। ਬੇਸ਼ੱਕ ਉਹ ਗਾਜੀਪੁਰ ਵਾਲਾ ਬਾਰਡਰ, ਬੇਸ਼ੱਕ ਉਹ ਟਿੱਕਰੀ ਵਾਲਾ ਦਿੱਲੀ ਦਾ ਬਾਰਡਰ ਹੈ, ਬੇਸ਼ੱਕ ਉਹ ਸਿੰਘੂ ਕੁੰਡਲੀ ਵਾਲਾ ਬਾਰਡਰ ਹੈ, ਉੱਥੇ ਵੀ, ਤੇ ਪੰਜਾਬ ਦੇ ਵੱਖ-ਵੱਖ ਸਾਰੇ, ਚੰਡੀਗੜ੍ਹ 'ਚ ਵੀ। ਚੰਡੀਗੜ੍ਹ ਦੇ ਵਿੱਚ, ਕਿਉਂਕਿ ਚੰਡੀਗੜ੍ਹ ਦੀ ਮਟਕਾ ਚੌਂਕ ਦੇ ਵਿੱਚ ਨੌਜਵਾਨ ਬੜੇ ਲੰਮੇ ਟਾਈਮ ਤੋਂ ਖੜੇ ਸੀ, 10-15 ਨੌਜਵਾਨ ਹੁੰਦੇ ਸੀ, ਬਹੁਤੇ ਨਹੀਂ ਸੀ ਹੁੰਦੇ। ਸਿੰਬੋਲਿਕ ਤੌਰ ਦੇ ਉੱਤੇ ਕਿ ਅਸੀਂ ਰਾਜਧਾਨੀ 'ਚ ਕਰ ਰਹੇ ਹਾਂ, ਮਟਕਾ ਚੌਂਕ ਦੇ 'ਚ ਕਰ ਰਹੇ ਹਾਂ, ਜਿੱਥੇ ਮੁਜ਼ਾਹਰੇ ਕੀਤੇ ਜਾਂਦੇ ਉੱਥੇ ਕਰ ਰਹੇ ਹਾਂ। ਭਾਰਤੀ ਜਨਤਾ ਪਾਰਟੀ ਦਾ, ਕਿਉਂਕਿ ਚੰਡੀਗੜ੍ਹ 'ਚ ਉਹਨਾਂ ਦਾ ਜ਼ੋਰ ਹੈ, MP ਵੀ ਉਹਨਾਂ ਦੀ ਹੈ, ਇੱਕ ਤਰ੍ਹਾਂ ਦਾ ਮੇਅਰ ਵੀ ਉਹਨਾਂ ਦਾ ਹੀ ਹੈ, ਅਤੇ ਉਹਨਾਂ ਨੇ ਕਿਹਾ ਇੱਥੇ ਅਸੀਂ ਅੱਜ ਕਾਨਫਰੰਸ ਕਰਾਂਗੇ ਮਟਕਾ ਚੌਂਕ ਦੇ ਵਿੱਚ, ਅਤੇ ਪੁਲਿਸ ਨੂੰ ਕਿਹਾ ਕਿ 10-15 ਨੌਜਵਾਨ ਇਹਨਾਂ ਨੂੰ ਖੰਡਾ ਦਿੱਤਾ ਜਾਵੇ। ਤਾਂ ਪੁਲਿਸ ਨੇ ਤਾਂ ਆਪਣੇ ਆਕਾ ਦੇ ਆਖੇ ਲੱਗਣਾ ਹੁੰਦਾ, ਸਿਆਸੀ ਆਗੂ ਜਿਹੜੇ ਹੁੰਦੇ ਉਹਨਾਂ ਦੇ ਆਖੇ ਲੱਗਣਾ ਹੁੰਦਾ। ਜਦੋਂ ਨੌਜਵਾਨਾਂ ਨੂੰ ਖਦੇੜਨ ਦੀ ਗੱਲ ਕੀਤੀ ਗਈ ਤੇ ਪਤਾ ਨਹੀਂ ਕਿੱਥੋਂ ਆਲੇ ਦੁਆਲੇ ਪਿੰਡਾਂ ਤੋਂ ਸੈਂਕੜੇ ਨਹੀਂ ਹਜ਼ਾਰਾਂ ਨੌਜਵਾਨ ਆ ਗਿਆ। ਉਹ ਮਟਕਾ ਚੌਂਕ ਅੱਜ ਦੇ ਦਿਨ ਜਿੱਥੇ 10-15 ਨੌਜਵਾਨ ਹੁੰਦੇ, ਉੱਥੇ ਹਜ਼ਾਰਾਂ ਨੌਜਵਾਨ ਪੂਰੀ ਇੱਕ ਖੂੰਜੇ 'ਚ ਪਹਿਲਾਂ ਖੜੇ ਹੁੰਦੇ ਸੀ, ਪੂਰੀ ਮਟਕਾ ਚੌਂਕ ਵਾਲੀ ਪੂਰੀ ਰੋਡ ਦੇ ਉੱਤੇ ਕਿਸਾਨ ਹੀ ਕਿਸਾਨ ਹੋ ਗਿਆ, ਨੌਜਵਾਨ ਹੀ ਹੋ ਗਿਆ। ਜੈ ਜਵਾਨ ਜੈ ਕਿਸਾਨ ਦਾ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇੱਦਾਂ ਮੋਹਾਲੀ ਦੇ ਵਿੱਚ ਵੀ ਬਜ਼ੁਰਗ ਬੈਠੇ ਨੇ, ਧਰਨਾ ਲਾ ਕੇ ਬੈਠੇ ਹੋਏ ਨੇ। ਇਹ ਪਹਿਲਾਂ ਉਹਨਾਂ ਦੀ ਕਦੀ ਗੱਲ ਹੀ ਨਹੀਂ ਹੋਈ, ਪਰ ਕਿਉਂਕਿ ਚੰਡੀਗੜ੍ਹ ਦੀ ਗੱਲ ਹੋਣ ਲੱਗੀ ਤੇ ਮੋਹਾਲੀ ਵਾਲਿਆਂ ਦੀ ਵੀ ਗੱਲ ਹੋ ਗਈ, ਬੈਠੇ ਉਦੋਂ ਦੇ ਹੀ ਨੇ। ਸੋ ਇਹ
ਪੰਜਾਬ ਦੇ ਪਿੰਡਾਂ ਸ਼ਹਿਰਾਂ ਤੋਂ, ਜ਼ਿਲ੍ਹਾ ਹੈੱਡਕੁਆਟਰਾਂ ਤੋਂ, ਮੋਹਾਲੀ 'ਚ, ਸੂਬੇ 'ਚ, ਚੰਡੀਗੜ੍ਹ ਦੇ ਵਿੱਚ, ਬਾਕੀ ਦੇਸ਼ਾਂ ਦੀਆਂ ਸਟੇਟਾਂ ਦੀਆਂ ਰਾਜਧਾਨੀਆਂ ਦੇ ਵਿੱਚ ਅਤੇ ਫਿਰ ਦਿੱਲੀ ਦੇ ਆਲੇ ਦੁਆਲੇ ਇਹ ਅੰਦੋਲਨ ਆਪਣੀ ਬੁਲੰਦੀ ਨੂੰ ਦੁਬਾਰਾ ਛੂਹਣ ਲੱਗ ਪਿਆ। ਔਰ ਇਹਦੇ ਵਿੱਚ ਇੱਕ ਗੱਲ ਆਈ, ਜਦੋਂ ਬਜਟ ਸੈਸ਼ਨ ਸ਼ੁਰੂ ਹੋਇਆ 1 ਫਰਵਰੀ ਨੂੰ, ਬਜਟ ਸੈਸ਼ਨ ਦੇ ਵਿੱਚ 16 ਹਿੰਦੁਸਤਾਨ ਦੀਆਂ, ਭਾਰਤ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਹ ਨਿਰਣਾ ਦੇ ਦਿੱਤਾ ਕਿ ਅਸੀਂ ਬਜਟ ਸੈਸ਼ਨ ਦੇ ਜਿਹੜਾ ਰਾਸ਼ਟਰਪਤੀ ਦਾ ਭਾਸ਼ਣ ਹੈ ਉਹਦਾ ਬਾਈਕਾਟ ਕਰਾਂਗੇ, ਕਿਉਂਕਿ ਅਸੀਂ ਕਿਸਾਨਾਂ ਦੀ ਗੱਲ ਕਰਨੀ ਹੈ, ਸਿੰਬੋਲਿਕ ਗੱਲ ਕਰਨ ਦੇ ਲਈ ਕਿਸਾਨਾਂ ਦੇ ਲਈ। 16 ਰਾਜਨੀਤਿਕ ਪਾਰਟੀਆਂ ਦਾ ਇਕੱਠੀਆਂ ਹੋ ਜਾਣਾ ਵਿਰੋਧ ਦੇ ਵਿੱਚ ਇੱਕ ਤਰ੍ਹਾਂ ਦੀ ਵੱਡੀ ਗੱਲ ਸੀ। ਬੜੇ ਚਿਰ ਬਾਅਦ ਪਹਿਲੀ ਵਾਰੀ ਤਾਂ ਪਾਰਟੀਆਂ ਇਕੱਠੀਆਂ ਹੋਈਆਂ, ਸਿਆਸੀ ਜਮਾਤਾਂ ਵੱਖ-ਵੱਖ। ਉਹਦੇ 'ਚ ਕਾਂਗਰਸ ਵੀ ਸੀ, ਉਹਦੇ ਸ਼੍ਰੋਮਣੀ ਅਕਾਲੀ ਦਲ ਸੀ, ਜਦੋਂ ਆਪਾਂ ਪੰਜਾਬ ਦੀ ਗੱਲ ਕਰੀਏ ਉਹਦੇ 'ਚ ਆਮ ਆਦਮੀ ਪਾਰਟੀ ਵੀ ਸੀ, ਉਹਦੇ 'ਚ ਬਾਕੀ ਪਾਰਟੀਆਂ ਵੀ ਸਨ। ਉਹ ਜਿਹੜੀਆਂ ਸਿਆਸੀ ਜਥੇਬੰਦੀਆਂ ਆਪਣੇ ਸੂਬਿਆਂ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਲੜਦੀਆਂ, ਜਿਨ੍ਹਾਂ ਦੇ ਆਪਸੀ ਛਿੱਤ ਨਹੀਂ ਰਲਦੇ, ਪਰ ਕਿਸਾਨਾਂ ਦੇ ਮਸਲੇ 'ਤੇ ਉਹ ਇਕੱਠੀਆਂ ਹੋ ਗਈਆਂ। 16 ਜਥੇਬੰਦੀਆਂ ਨੇ ਮਿਲ ਕੇ, ਸਿਆਸੀ ਪਾਰਟੀਆਂ ਨੇ ਮਿਲ ਕੇ ਬਾਈਕਾਟ ਕੀਤਾ ਰਾਸ਼ਟਰਪਤੀ ਦੇ ਭਾਸ਼ਣ ਦਾ। ਅਤੇ ਫਿਰ ਜਦੋਂ ਬਜਟ ਸੈਸ਼ਨ ਸ਼ੁਰੂ ਹੋਣਾ ਸੀਗਾ, ਉਹਨਾਂ ਜਥੇਬੰਦੀਆਂ ਨੇ ਵੀ ਫੈਸਲਾ ਕੀਤਾ ਕਿ ਅਸੀਂ ਤਖਤੀਆਂ ਲੈ ਕੇ ਇੱਥੇ ਬਜਟ ਸੈਸ਼ਨ ਦੇ ਵਿੱਚ ਤਖਤੀਆਂ ਲੈ ਕੇ ਖੜ੍ਹੇ ਹੋਵਾਂਗੇ, ਲੀਡਰਾਂ ਨੂੰ ਦਿਖਾਵਾਂਗੇ, ਅਤੇ ਘੇਰ ਕੇ ਲੀਡਰਾਂ ਨੂੰ ਦਿਖਾਉਣ ਦੀ ਗੱਲ ਤਖਤੀਆਂ ਦੇ ਉੱਤੇ ਵੀ ਹੋਈ। ਸੋ ਇੱਕ ਤਰ੍ਹਾਂ ਦਾ ਆਪਣਾ ਰੋਸ ਪ੍ਰਗਟ ਕੀਤਾ ਗਿਆ। ਬਾਅਦ 'ਚ ਫਿਰ ਸਰਪਾਰਟੀ ਮੀਟਿੰਗ ਹੋਣੀ ਸੀ, ਜਿਹੜੀ ਸੰਸਦ ਦੀ ਇੱਕ ਪਿਰਤ ਹੈ, ਜਿਹਦੀ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਕਰਨੀ ਹੁੰਦੀ ਹੈ ਬਜਟ ਦੇ ਵਿੱਚ। ਬਜਟ ਸ਼ੁਰੂ ਪੇਸ਼ ਕਰਨ ਤੋਂ ਪਹਿਲਾਂ ਆਪਣੀ ਬਰੀਫ ਕਰਨ ਦੇ ਲਈ ਸਰਬ ਪਾਰਟੀ ਮੀਟਿੰਗ ਦੇ ਵਿੱਚ ਜਦੋਂ ਵਿਰੋਧੀ ਪਾਰਟੀਆਂ ਸਾਰੀਆਂ ਨੇ ਇਕੱਠੀਆਂ ਹੋ ਕੇ, ਜਿਹੜੀਆਂ 16 ਪਾਰਟੀਆਂ ਸਨ, ਉਹਨਾਂ ਨੇ ਇਕੱਠੇ ਹੋ ਕੇ ਉਹਨਾਂ ਦੇ ਨਾਲ ਕੁਛ ਹੋਰ ਜਿਹੜੇ ਸਿਆਸੀ ਜਦੋਂ ਮਸਲਾ ਉਠਾਇਆ, ਤਾਂ ਪ੍ਰਧਾਨ ਮੰਤਰੀ ਜਿਹੜਾ ਕਿਸਾਨ ਅੰਦੋਲਨ 'ਤੇ ਕਦੀ ਇੱਕ ਸ਼ਬਦ ਤੱਕ ਨਹੀਂ ਸੀ ਬੋਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਸ਼ਬਦ ਤੱਕ ਨਹੀਂ ਬੋਲਿਆ। ਉਹਨੂੰ ਕਹਿਣਾ ਪਿਆ ਕਿ ਕਿਸਾਨਾਂ ਲਈ ਗੱਲਬਾਤ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਗਏ, ਅਜੇ ਵੀ ਖੁੱਲ੍ਹੇ ਨੇ, ਅਤੇ ਜਿਹੜੀ ਆਫਰ ਦਿੱਤੀ ਗਈ ਸੀ ਉਹ ਅਜੇ ਵੀ ਕਾਇਮ ਹੈ। ਬਸ ਇੱਕ ਫੋਨ ਕਾਲ ਦੀ ਦੂਰੀ ਹੈ, ਇੱਕ ਫੋਨ ਕਾਲ ਕਰੋ ਤੇ ਮੈਂ ਹਾਜ਼ਰ ਹਾਂ। ਪਰ ਉਸ ਗੱਲ ਨੂੰ ਵੀ ਅੱਜ ਦੂਜਾ ਦਿਨ ਹੋ ਗਿਆ। ਕਿਸਾਨਾਂ ਨੇ ਹੰਗਾਰਾ ਭਰਿਆ ਉਸ ਗੱਲ ਦਾ। ਟਕੈਤ ਜੀ ਨੇ ਸਭ ਤੋਂ ਪਹਿਲਾਂ ਹੰਗਾਰਾ ਭਰਿਆ, ਬਾਅਦ 'ਚ ਸਿੰਘੂ ਬਾਰਡਰ 'ਤੇ ਬੈਠਿਆਂ ਨੇ ਹੰਗਾਰਾ ਭਰਿਆ ਕਿ ਸੱਦਾ ਆਏਗਾ ਤੇ ਜਾਵਾਂਗੇ ਜ਼ਰੂਰ। ਪਰ ਪ੍ਰਧਾਨ ਮੰਤਰੀ ਨੇ ਸੱਦਾ ਦੇਣ 'ਤੇ ਗੱਲ ਕੀਤੀ ਨਹੀਂ, ਉਹ ਤਾਂ ਸ਼ਬਦਾਂ ਦਾ ਏੜ ਗੇੜ ਸੀ। ਬਸ ਗੱਲ ਤਾਂ ਉੱਥੇ ਹੀ ਖੜੀ ਜਿੱਥੇ ਪਹਿਲਾਂ ਖੜੀ ਸੀ, ਸ਼ਬਦਾਂ ਦਾ ਏੜ ਗੇੜ ਸੀ ਕਿ ਜਿਹੜੀ ਆਫਰ ਅਸੀਂ ਦਿੱਤੀ ਸੀ ਖੇਤੀ ਮੰਤਰੀ ਨੂੰ ਇੱਕ ਤਰ੍ਹਾਂ ਦੀ, ਉਹ ਆਫਰ ਤਾਂ ਅਜੇ ਵੀ ਸੀ ਕਾਇਮ ਆ। ਅਤੇ ਉਹ ਤਾਂ ਨਰਿੰਦਰ ਤੋਮਰ ਜੀ ਜਿਹੜੇ ਕਿ ਦੇਸ਼ ਦੇ ਖੇਤੀ ਮੰਤਰੀ ਨੇ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਜਦੋਂ ਤੁਹਾਡਾ ਮਨ ਮੰਨੂਗਾ ਸਾਡੀ ਆਫਰ ਮੰਨਣ ਨੂੰ, ਉਦੋਂ ਤੁਸੀਂ ਸਾਨੂੰ ਫੋਨ ਕਰ ਲਿਓ, ਫਿਰ ਮੀਟਿੰਗ ਕਰ ਲਾਂਗੇ। ਉਦੋਂ ਪ੍ਰਧਾਨ ਮੰਤਰੀ ਉਦੋਂ ਵੱਖਰੀ ਗੱਲ ਨਹੀਂ ਕੀਤੀ, ਪਰ ਫਿਰ ਵੀ ਕਿਸਾਨਾਂ ਨੇ ਸੋਚਿਆ ਸ਼ਾਇਦ ਕੋਈ ਬਦਲਾਅ ਆਇਆ ਹੋਵੇ। ਪਰ ਜਿਹੜੀਆਂ ਜਥੇਬੰਦੀਆਂ ਬੈਠੀਆਂ ਸਨ, ਜਿਨ੍ਹਾਂ ਨੇ ਰੋਸ ਕੀਤਾ ਸੀ, ਜਿਹੜੀਆਂ ਸਿਆਸੀ ਜਥੇਬੰਦੀਆਂ ਬੈਠੀਆਂ ਸਨ, ਉਹਨਾਂ ਦੇ ਮੂਹਰੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਪ੍ਰਾਈਮ ਮਿਨਿਸਟਰ ਨੇ ਕਹਿ ਦਿੱਤਾ ਸ਼ਬਦਾਂ ਦੀ ਜਾਦੂਗਰੀ, ਬਸ ਹੋਰ ਉਹਦੇ 'ਚ ਕੁਛ ਨਹੀਂ ਸੀ, ਲਫ਼ਜ਼ਾਂ ਦੀ ਜਾਦੂਗਰੀ, ਬਸ ਹੋਰ ਕੁਛ ਨਹੀਂ ਸੀ। ਅੱਜ ਤੱਕ ਕੁਛ ਨਹੀਂ ਹੋਇਆ। ਅਤੇ ਜੇ ਗੁਰਨਾਮ ਸਿੰਘ ਚੰਦੂਨੀ ਕਿਸਾਨ ਆਗੂ ਨੇ ਗੱਲ ਕਹੀ ਹੈ ਕਿ ਜੇ ਇੱਕ ਫੋਨ ਕਾਲ ਦੀ ਹੀ ਗੱਲ ਹੈ ਤਾਂ ਫਿਰ ਪ੍ਰਾਈਮ ਮਿਨਿਸਟਰ ਨੂੰ ਚਾਹੀਦਾ ਮਸਲਾ ਹੱਲ ਹੀ ਕਰ ਦੇਵੇ, ਕਰ ਦੇਣਾ ਚਾਹੀਦਾ। ਪ੍ਰਾਈਮ ਮਿਨਿਸਟਰ ਨਹੀਂ ਕਰੇਗਾ ਤਾਂ ਹੋਰ ਕੌਣ ਕਰੇਗਾ? ਅਕਸਰ ਜਦੋਂ ਵੀ ਮਸਲਾ ਹੱਲ ਹੋਣਾ ਪ੍ਰਾਈਮ ਮਿਨਿਸਟਰ ਦੀ ਮਰਜ਼ੀ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ। ਮਰਜ਼ੀ ਕੀ, ਪ੍ਰਾਈਮ ਮਿਨਿਸਟਰ ਚਾਹੇ ਤਾਂ ਅੱਜ ਹੀ ਹੋ ਸਕਦਾ। ਕਿਸਾਨ ਆਗੂਆਂ ਦਾ ਕਹਿਣਾ ਇੱਕ ਦਿਨ 'ਚ ਹੋ ਸਕਦਾ। ਅਸੀਂ ਕੁਛ ਨਜਾਇਜ਼ ਤਾਂ ਮੰਗ ਹੀ ਨਹੀਂ ਰਹੇ, ਅਸੀਂ ਕੋਈ ਵਾਧੂ ਤਾਂ ਮੰਗ ਹੀ ਨਹੀਂ ਰਹੇ, ਅਸੀਂ ਕੋਈ ਵਾਧੂ ਤਾਂ ਕਹਿ ਹੀ ਨਹੀਂ ਰਹੇ। ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿ ਜਿੱਦਾਂ ਸਟੇਟਸ ਪਹਿਲਾਂ ਹੈ ਸੀ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ, ਉੱਦਾਂ ਸਟੇਟਸ ਵਾਲੇ ਰਹਿਣ ਦਿਓ। ਆਓ ਬੈਠੀਏ, ਕਿਸਾਨਾਂ ਨੂੰ ਵਿੱਚ ਬਿਠਾਓ, ਤੁਸੀਂ ਬੈਠੋ, ਕੁਛ ਖੇਤੀ ਮਾਰ ਬੈਠੀਏ, ਆਪਾਂ ਕਾਨੂੰਨਾਂ ਨੂੰ ਪੁਣਛਾਣ ਕਰੀਏ ਸਾਰੀ, ਕਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਅਤੇ ਉਹ ਇੱਕ ਵਾਰੀ ਕਾਨੂੰਨ ਰੱਦ ਕਰਤੇ ਜਾਣ। ਇਹ ਪਹਿਲਾ ਮਸਲਾ ਬਣਾ ਦਿੱਤਾ ਜਾਵੇ ਅਤੇ ਬਾਅਦ 'ਚ ਕਾਨੂੰਨ ਆਪਾਂ ਲਾਗੂ ਕਰ ਲੈਂਦੇ। ਇੱਕ MSP 'ਤੇ ਕਾਨੂੰਨ ਬਣਾ ਦੇ, ਇਦੋਂ ਜ਼ਿਆਦਾ ਕੁਛ ਕਿਹਾ ਨਹੀਂ ਰਿਹਾ। ਬੜੀ ਸਾਦੀ ਜਿਹੀ ਗੱਲ ਹੈ। ਪਰ ਜਿਹੋ ਜਿਹੇ ਹਾਲਾਤ ਬਣ ਰਹੇ ਨੇ, ਜਿਹੋ ਜਿਹੀਆਂ ਪ੍ਰਸਥਿਤੀਆਂ ਦੇਖਣ ਨੂੰ ਮਿਲਦੀਆਂ ਨੇ, ਜਿਹੋ ਜਿਹਾ ਬੈਰੀਕੇਡ ਕੀਤੇ ਜਾ ਰਹੇ ਨੇ, ਬੇਸ਼ੱਕ ਗਾਜੀਪੁਰ ਵਾਲਾ ਬਾਰਡਰ ਹੈ, ਬੇਸ਼ੱਕ ਉਹ ਸ਼ੰਭੂ ਬਾਰਡਰ ਵਾਲਾ, ਬੇਸ਼ੱਕ ਟਿੱਕਰੀ ਵਾਲਾ ਹੈ, ਜਿਹੋ ਜਿਹੇ ਇੱਦਾਂ ਲੱਗ ਰਿਹਾ ਕਿ ਜਿਵੇਂ ਦਿੱਲੀ ਦੇ ਆਲੇ ਦੁਆਲੇ ਜਿੱਦਾਂ ਦੇ 12 ਪਰਤਾਂ ਦੇ ਵਿੱਚ ਜਿੱਦਾਂ ਬਾਰਡਰ ਨੂੰ ਰੋਕਿਆ ਜਾ ਰਿਹਾ ਹੈ, ਜਿੱਦਾਂ ਉੱਥੇ ਵੱਡੇ ਵੱਡੇ ਕਿੱਲ ਗੱਡੇ ਜਾ ਰਹੇ, ਟਰਾਲੀਆਂ ਟਰੈਕਟਰ ਨਾ ਜਾ ਸਕਣ, ਕਿੱਲ ਨਹੀਂ ਸਰੀਏ ਗੱਡੇ ਜਾ ਰਹੇ ਤਿੱਖੇ ਕਰ ਕਰਕੇ, ਕਿ ਜਿਨ੍ਹਾਂ ਤੋਂ ਟਰੈਕਟਰ ਚੱਲ ਹੀ ਨਾ ਸਕੇ, ਜਿੱਦਾਂ ਉਹਨੂੰ ਕੰਕਰੀਟ ਦੇ ਵਿੱਚ ਲਾਇਆ ਜਾ ਰਿਹਾ।
जिदा बंकर जिहा बनाए जा रहे हैं, बंकर बनाने वाली गल जिदा की उदा की जा रही है, जिहो जी गल बंकरां वांगू जिदा इंतजाम किया जा रहा है, जिदा मूहरे रोकां खड़ियां कीतियां जा रही ने 12-12 परतां दीयां। ਇਹਦਾ ਮਤਲਬ ਹੈ ਕਿ ਗੱਲ ਕਿਉਂਕਿ ਸਰਕਾਰ ਕਰ ਰਹੀ ਹੈ ਤੇ ਮਸਲਾ ਸਰਕਾਰ ਨੇ ਹੱਲ ਕਰਨਾ ਹੈ, ਤੇ ਜੇ ਸਰਕਾਰ ਨੇ ਮਸਲਾ ਹੀ ਹੱਲ ਕਰਨਾ ਹੈ ਤੇ ਐਡਾ ਇੰਤਜ਼ਾਮ ਕਰਨ ਦੀ ਕੀ ਲੋੜ ਹੈ? ਦਾ ਮਤਲਬ ਸਰਕਾਰ ਦੇ ਇਰਾਦੇ ਕੁਝ ਹੋਰ ਨੇ ਕਿ ਦਿੱਲੀ ਵੱਲ ਕਿਸਾਨਾਂ ਨੂੰ ਹੁਣ ਵਧਣ ਨਹੀਂ ਦਿੱਤਾ ਜਾਵੇਗਾ, ਪਿਛਲੇ ਬੰਨੇ ਵੀ ਕੁਛ ਨਾ ਕੁਛ ਕੀਤਾ ਜਾਵੇਗਾ, ਇੱਥੇ ਕਿਸੇ ਨੂੰ ਆਉਣ ਨਹੀਂ ਦਿੱਤਾ ਜਾਵੇਗਾ ਤੇ ਇਹਨਾਂ ਨੂੰ ਸੈਂਡਵਿਚ ਦੇ ਵਾਂਗੂ ਵਿੱਚੋਂ ਪਿਸ ਦਿੱਤਾ ਜਾਵੇਗਾ। ਸਥਾਨਕ ਲੋਕਾਂ ਦਾ ਨਾਂ ਲੈ ਕੇ ਉਹਨਾਂ ਉੱਤੇ ਅਟੈਕ ਵੀ ਹੋਣਗੇ ਜਿਹੜੇ ਹੋਣੇ ਸ਼ੁਰੂ ਹੋਏ ਸੀ, ਤੇ ਜ਼ੋਰ ਦੇਖਿਆ ਜਾਵੇਗਾ, ਸਬਰ ਦੇਖਿਆ ਜਾਵੇਗਾ। ਇਹ ਗੱਲ ਕਿਸਾਨ ਆਗੂਆਂ ਨੇ, ਸਿਆਸੀ ਮਹਿਰਾਂ ਨੇ ਕਹਿਣੀ ਸ਼ੁਰੂ ਕਰ ਦਿੱਤੀ ਆ ਬੈਰੀਕੇਡ ਹੁੰਦੀ ਦੇਖ। ਪਰ ਕੱਲੀ ਬੈਰੀਕੇਡਿੰਗ ਹੀ ਨਹੀਂ, ਉਹਨਾਂ ਦੇ ਪਿੱਛੇ ਬੱਸਾਂ ਲਾ ਦਿੱਤੀਆਂ ਗਈਆਂ, ਜੇ ਕੋਈ ਇਕੱਲਾ ਤੋਂ ਇਕੱਲਾ ਪੈਦਲ ਲੰਘੇਗਾ ਉੱਥੇ ਪੁਲਿਸ ਫੋਰਸ ਸਖਤ ਕਰ ਦਿੱਤੀ ਗਈ, ਉੱਥੇ ਨਾਲ ਆਰਮਡ ਫੋਰਸ ਲਾ ਦਿੱਤੀ ਗਈ। ਅੱਗੇ ਇਕੱਲੀ ਪੁਲਿਸ ਸੀ, ਹੁਣ ਆਰਮਡ ਫੋਰਸ ਵੀ ਲਾ ਦਿੱਤੀ ਗਈ ਤਾਂ ਕਿ ਜੇ ਕੋਈ ਉਹਨੂੰ ਪਾਰ ਵੀ ਕਰਦਾ ਤਾਂ ਉਹਨੂੰ ਫੜ ਕੇ ਬੱਸਾਂ 'ਚ ਬਿਠਾਇਆ ਜਾਵੇ, ਤੁਰ ਦਿੱਤਾ ਜਾਵੇ। ਟਰੈਕਟਰ ਤਾਂ ਪਾਰ ਨਹੀਂ ਹੋਣਗੇ, ਟਰਾਲੀਆਂ ਤਾਂ ਪਾਰ ਨਹੀਂ ਹੋਣਗੀਆਂ, पर जो कोई पैदल जाके आले दुआले किते पार करने की कोशिश करेगा तो वह गिरफ्तार भी किया जाएगा, तो केस भी पाए जाएंगे। और व्यापा तो है ही ना, व्यापा का स्यापा किसान लीडर इदा आखते हैं, वो तो है ही ना, वो लग जाएगा फिर टाडा वर्गा कानून। सो सरकार सख्ती के रूप च लगती है, गल निबेड़न के रूप च नहीं लगती। बैरीकेड जिहड़े कीते जा रहे हैं सारे बार्डर से, एडा खर्चा जिहड़ा कीता जा रहा है, एक उस गल तो पता लगता। पर ये इदों भी ज़्यादा गुज्जी गल एक होर है, जे सरकार किसानां दी हतैशी हुंदी, जे सरकार चाहुंदी कि असीं किसानां दा भला ही करना चाहुंदे, जिद्दां ये प्रापेगंडा कीता जा रहा है कि इन्हां 3 कानूनां नाल कीता जा रहा है, एक 3 कानून लिया के कीता जा रहा है। जे सरकार इदां हुंदी ते किसान आगूआं ने जिहड़ी गल कही है कि सरकार सोचदी है किसान अनपढ़ है, सरकार सोचती है किसान खेतों 'च बैठा है, सरकार सोचती है किसान नूं दूर दी नहीं सोचता, तो इन्होंने पता नहीं लगा। चोपड़ियां दो, स्पीच वधिया करो, किसानों नूं अन्नदाता भी आखो। वो दिल्ली के आले दुआले आके बैठा है, कुर्बानियां दे रहा, मर रहा है ठंड दे विच, रुल रहा सड़कों के उत्ते, रोज़ लाशां जा रही ने। ਜਿਹੜੇ ਜਿਹੜੇ सूबे तो आए ने, कभी पंजाब वाल नूं लाश तुरी जा रही, कभी हरियाणे वाल तुरी जा रही है, कभी यूपी वाल तुरी जा रही है, कभी राजस्थान वाल तुरी जा रही, रोज़ लाशां तुरियां जा रही ने। सरकार टस तो मस नहीं हो रही, तो सरकार को जरा भी संवेदनशीलता नहीं। ये गल किसान आगूआं दा कहना है, मैं अपनी गल कह रहा, मैं तुहानूं तुहाडे नाल प्रैस कानफ्रेंस साझी कर देनी है। जिहड़ा बजट आया है उस बजट के अंदर बेशक बजट शुरू करने तो पहला बहुत कुछ कहा गया, मन की बात दे विच भी, तो बजट बारे गल करदे होए किसानां लई आ करता, खुशी लई आ करता, किसानां दी आमदन दुगनी कर दी गई, आ कर दिता गया, सारा कुछ बड़ा कुछ कहा गया। पर किसान आगू कहते हैं असीं सिर्फ बोल नहीं देखने, उन्हां बोलां दे पिछे तत्थ देखने ने, तत्थ की खड़े ने। तो आप कुछ ना आखा, मैं किसान आगू जो कहते हैं, अज किसानां ने इस बारे प्रैस कानफ्रेंस भी की, जिहड़े आले दुआले दे हालात होए बैरीकेड वाले बारे, उन्हां बारे भी, और जो बजट के बारे भी। तो खास करके किसान आगू जो उनका स्पोक्स, सारी प्रैस कानफ्रेंस किसान आगू सारे बैठे ने, राजेवाल जी बैठे ने, डल्लेवाल जी बैठे ने, दर्शनपाल जी बैठे ने, गुरनाम सिंह चरूनी जी बैठे ने, होर सारे किसान आगू बैठे ने उहदे च। पर उन्होंने स्पोक्समैन बन के बजट के मसले च बोलिया है जोगिंदर यादव। जोगिंदर यादव नूं आपां सुनते हैं किसानों की प्रैस कानफ्रेंस दे विच, बजट बारे जो कुछ बोलिया आपां सारा कुछ सुन लेना है जी। साथियों, मैं मुख्यतः बजट के बारे में बोलूंगा, लेकिन एक चीज क्लैरिफाई कर दूं, ये चूंकि हमारे ज्यादातर साथी इस वक्त जहां हैं, हमारे पास व्हाट्सएप नहीं है, कोई इंफॉर्मेशन नहीं है, तो इस मीटिंग में आने से पहले आधा घंटा पहले तक मेरे पास इंफॉर्मेशन थी। और ट्विटर इंडिया ने सरकार के ऑफिशियल रिक्वेस्ट या डायरेक्टिव के कारण किसान एकता मोर्चा का, कार्वन इंडिया जो मैगजीन है कार्वन, उसका, और हमारे आंदोलन के समर्थक कई चाहिए, फ्रॉम ट्रॉली टू ट्विटर, ट्रैक्टर टू ट्विटर, वो भी बंद कर दिया है। और कई लोग जो कि इंडिविजुअल कैपेसिटी में इस आंदोलन को जम के सपोर्ट कर रहे थे, जिन्होंने कोई इलीगल काम नहीं किया, कोई भड़काने वाला मैसेज नहीं दिया, कईयों को मैं जानता हूं, माणिक हमारे साथी पंजाब में है, इनके पर्सनल अकाउंट भी ट्विटर इंडिया ने बंद कर दिए हैं आज, और कह के कि ये रिक्वेस्ट फ्रॉम ए लीगल रिक्वेस्ट, यानी कि सरकार ने रिक्वेस्ट किया है, सरकार के डायरेक्टिव की वजह से हुआ है।
बजट के बारे में मैं कहना चाहता था, आज पूरे देश में किसान की चर्चा है। दिल्ली के चारों मोर्चों पे किसान डटे हुए हैं, अन्नदाता और पता नहीं क्या क्या डायलॉग बोलते हैं। लोगों ने उम्मीद की थी कि कम से कम आज, कम से कम इस बजट में किसान के लिए कुछ होगा। सुबह टीवी चैनल पे चर्चा चल रही थी, ये भी घोषणा हो सकती है, वो भी घोषणा हो सकती है। मैं हंसता रहा, मैंने कहा कि उनकी स्पीच मत सुनना आप, स्पीच में बड़े सुंदर डायलॉग होंगे, उसके बाद एलोकेशन देख लेना किस मत में क्या एलोकेट किया, तब आपको सच्चाई पता लग जाएगी। स्पीच में फिर बड़े सुंदर डायलॉग थे। प्रधानमंत्री ने कहा ये बजट कृषि क्षेत्र को और ऊंचाई पे लेके जाएगा, किसानों की आमदनी दुगनी करेगा। सच्चाई अब मैं आपके सामने रख देता हूं। एग्रीकल्चर एंड एलाइड सेक्टर जो सरकार का अपना आइटम है, जिसमें एग्रीकल्चर, एनिमल हस्बेंड्री, फिशरी सब शामिल है, उन सब का कुल मिला के पिछले साल बजट था 1,54,000 करोड़ रुपया और इस साल 1,48,000 करोड़ रुपया, 6,000 करोड़ कम किया है। पर 6,000 से भी कहानी पता नहीं लगती, क्योंकि एक्चुअली बजट का साइज भी बढ़ गया है इस बीच में। पिछले साल भारत सरकार ने अपने बजट का 5.1% एग्रीकल्चर पे खर्च किया था, इस साल 4.3% किया है। इतना बड़ा कटौती की है ये, जबकि चारों तरफ किसान बैठे हुए हैं आज। ये इनकी हिम्मत है, ये इनकी एक तरह की एरोगेंस है। मेजर स्कीम किसान सम्मान निधि, ये जो इनका पीएम किसान जो योजना है, 6,000 रुपए साल में जो देते हैं, पिछले साल इसका एलोकेशन था 75,000 करोड़ रुपया, इस साल घटा के 65,000 करोड़ रुपया किया है। बढ़ना इसलिए चाहिए था कि सरकार ने कहा था कि देश में कोई 12 करोड़ किसानों तक हम फायदा पहुंचाएंगे, अभी तक सिर्फ 6-6.5 करोड़ तक पहुंचा है। तो स्कीम को अगर लागू करेंगे तो नेचुरली बढ़ना चाहिए था, उसकी बजाय उल्टा गेयर लगाया है इन्होंने। सरकार की जो स्कीम है, आज सरकार ने बड़ा दावा किया कि किसानों को लोन की मात्रा हमने बढ़ा दी है, 16.5 लाख करोड़ या ऐसा कोई फिगर दिया। जैसा आप जानते हैं इसमें सरकार का कंट्रीब्यूशन बहुत छोटा सा होता है, सरकार सब्सिडी देती है, बस सिर्फ सरकार का कंट्रीब्यूशन वही है। सरकार ने अपनी सब्सिडी घटा दी है पिछले साल की तुलना में। पिछले साल था 21,000 करोड़ रुपया, 21,175 करोड़ रुपया, इस साल उसको घटा के 19,468 करोड़ रुपया कर दिया है। सब्सिडी घटा दी है सरकार ने इस साल। जो 3 योजनाएं सरकार के पास है किसान को एमएसपी दिलवाने के लिए, एक का नाम है पीएम आशा, दूसरी का नाम है मार्केट इंटरवेंशन, तीसरी का नाम है एमएसएस, ये पीएसएस स्कीम। इन तीनों स्कीम में सरकार ने पैसा घटा दिया है। पिछले साल था 2,000 करोड़ रुपया, अब घटा के 1,500 करोड़ रुपया कर दिया है। ये जो एग्री इंफ्रा की बात हो रही है, इंफ्रा फंड, क्योंकि फड़ी मारने में तो इनका कोई जवाब नहीं, कोई भी शोषा छोड़ देते हैं। 1 लाख करोड़ रुपए का पिछले साल घोषणा की थी इन्होंने, 1 लाख करोड़ रुपए का एग्री इंफ्रास्ट्रक्चर फंड होगा। मेरे जैसे बंदों ने तब भी पूछा था कि कहां से आएगा पैसा, दिखाया नहीं आपने बजट में, तो कहीं दिखता नहीं है। इस साल पता लगा है कि सरकार ने कुल मिला के 200 करोड़ रुपया उस पर खर्च किया। 1 लाख करोड़ का दावा, खर्च किया 200, और इस साल बजट में 900 करोड़ रखा है। सरकार के लिए ये बिल्कुल वैसे है जैसे मैं कहूं कि 10 रुपए का नोट मैं देश के रूप लिए देता हूं। तो ये सच्चाई है दोस्तों, और लंबी कहानी मैं नहीं बताऊंगा। लेकिन जो सरकार ऐसे मौके पे इस तरह की हरकत कर सकती है, उसके अहंकार की और उसकी चालाकियों की कोई सीमा नहीं है। इनको लगता था किसान को पता ही नहीं लगेगा, अच्छे अच्छे डायलॉग बोल दो, बाकी बजट के देखेंगे कहां अंदर, इनको पता थोड़ी लगेगा क्या हमने किया है। एग्जैक्टली वही खेल जो कि 3 कानूनों के बारे में खेल रहे हैं कि किसान को पता थोड़ी लगेगा, चला दो। और संयुक्त किसान मोर्चा की तरफ से हम इस सरकार को चेतावनी देना चाहते हैं, वो दिन लद गए, अब वो दिन नहीं बचे। किसान को इन चालाकियों से, आपकी चालाकियां भी तोड़ी जाएंगी, आपका अहंकार भी तोड़ा जाएगा। और आज आंदोलन दोबारा 26 के बाद जिस स्टेज में पहुंच गया है, आप देख रहे हो चारों तरफ से खबरें आ रही हैं।
दिल्ली देहात के गांव-गांव खड़े हो गए। 4 तारीख को दिल्ली में बवाना के 52 गांवों की एक पंचायत बुलाई गई है। आज बिजनौर में महापंचायत हो रही है किसानों की। चारों तरफ पंचायतें हो रही हैं। इनके अहंकार को ये पंचायतें तोड़ेंगी और इनकी चालाकियों को हम तोड़ेंगे। ਤੁਸੀਂ ਦੇਖ ਰਹੇ ਹੋ ਸੰਗਤ ਟੈਲੀਵਿਜ਼ਨ ਤੇ ਸੰਗਤ ਟੈਲੀਵਿਜ਼ਨ ਤੇ ਦਿਖਾਈ ਜਾ ਰਹੀ ਸੀ ਸੰਯੁਕਤ ਕਿਸਾਨ ਮੋਰਚਾ ਦੀ ਪ੍ਰੈਸ ਕਾਨਫਰੰਸ ਜਿਹੜੀ ਅੱਜ ਦੇ ਦਿਨ ਹੀ ਕੀਤੀ ਗਈ ਆ ਔਰ ਜਿਹਦੇ 'ਚ 22 ਦੇ ਉੱਤੇ ਗੱਲ ਕਰ ਰਿਹਾ ਸਨ ਜੋਗਿੰਦਰ ਯਾਦਵ ਜੀ। ਉਹਨਾਂ ਨੇ ਬੜੇ ਕੋਲ ਤੱਥ ਸਾਹਮਣੇ ਰੱਖ ਕੇ ਜੋ ਕੁਛ ਕੀਤਾ ਗਿਆ, ਜੋ ਕੁਛ ਪਿੱਛੇ ਸੀ, ਜੋ ਕੁਛ ਹੁਣ ਕੀਤਾ ਗਿਆ, ਉਹਦੇ 'ਚ ਰੱਖ ਕੇ ਕਿ ਬੜੀ ਖੂਬਸੂਰਤੀ ਦੇ ਨਾਲ ਕਿ ਪਿਛਲੇ ਸਾਲ ਬਜਟ ਦਾ ਕੁੱਲ ਬਜਟ ਦਾ ਜਿਹੜਾ ਸੀ 5.1% ਕਿਸਾਨਾਂ ਲਈ ਸੀ। ਆਪਾਂ 5.1% ਨਾ ਕਹੀਏ, ਸਿੱਧੀ ਸਿੱਧੀ ਗੱਲ ਕਰੀਏ ਕਿ 5% ਤੋਂ ਉੱਤੇ ਸੀ ਕਿਸਾਨਾਂ ਲਈ। ਪਰ ਇਸ ਸਾਲ ਜੋ ਬਜਟ ਪੇਸ਼ ਕੀਤਾ ਗਿਆ ਉਹਦੇ ਵਿੱਚ ਕਿਸਾਨਾਂ ਲਈ ਹੈ 4.3%। ਬੇਸ਼ੱਕ 8% ਹੀ ਘਟਿਆ, 0.8% ਹੀ ਘਟਿਆ, 1% ਤੋਂ ਘੱਟ ਘਟਿਆ। ਪਰ ਦੇਸ਼ ਦੇ ਫੁੱਲ ਬਜਟ ਦਾ ਜਦੋਂ 1% ਬਹੁਤ ਵੱਡਾ ਹਿੱਸਾ ਹੁੰਦਾ ਹੈ, ਇੰਨੀ ਧਨ ਰਾਸ਼ੀ ਵਿੱਚੋਂ ਖਿੱਚ ਗਈ ਕਿਸਾਨਾਂ ਦੇ ਉਹ। ਅਤੇ ਖਾਸ ਕਰਕੇ ਉਦੋਂ ਜਦੋਂ ਮੋਰਚਾ ਲੱਗਾ ਹੋਇਆ, ਖਾਸ ਕਰਕੇ ਉਦੋਂ ਜਦੋਂ ਕਿਸਾਨ ਹੋਰ ਮੰਗ ਰਹੇ ਨੇ, ਖਾਸ ਕਰਕੇ ਉਦੋਂ ਜਦੋਂ ਚਾਰੇ ਬੰਨੇ ਦਿੱਲੀ ਘੇਰੀ ਹੋਈ ਹੈ, ਉਦੋਂ ਜਦੋਂ ਕਟੌਤੀ ਕੀਤੀ ਜਾ ਸਕਦੀ ਹੈ, ਬਹੁਤ ਡਰ ਡਰ ਕੇ ਕੀਤੀ ਹੋਵੇਗੀ। ਅਤੇ ਜੇ ਮੋਰਚੇ ਨਾ ਲੱਗੇ ਹੁੰਦੇ ਤਾਂ ਫਿਰ ਕਿੰਨੀਆਂ ਕਟੌਤੀਆਂ ਹੁੰਦੀਆਂ, ਔਰ ਜਦੋਂ ਇਹ ਮੋਰਚੇ ਨਾ ਲੱਗੇ ਹੋਣਗੇ ਉਦੋਂ ਕਿੰਨੀਆਂ ਕਟੌਤੀਆਂ ਹੋਣਗੀਆਂ। ਔਰ ਜਦੋਂ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ, ਕਿਸਾਨਾਂ ਨਾਲ ਕੋਈ ਹਮਦਰਦੀ ਨਹੀਂ, ਕੋਈ ਸੰਵੇਦਨਸ਼ੀਲਤਾ ਨਹੀਂ ਦਿਖਾਈ ਜਾ ਰਹੀ। ਸੰਯੁਕਤ ਕਿਸਾਨ ਮੋਰਚਾ ਨੇ ਆਪਣੀ ਪ੍ਰੈਸ ਕਾਨਫਰੰਸ ਜਿਹੜੀ ਗੱਲ ਕਹੀ ਕਿ ਕੋਈ ਜਦੋਂ ਹੁਣ ਨਹੀਂ ਦਿਖਾਈ ਜਾ ਰਹੀ, ਤੇ ਜਦੋਂ ਮੋਰਚਾ ਨਾ ਲੱਗਾ ਹੋਊਗਾ ਉਦੋਂ ਕਿੰਨੀ ਕੁ ਦਿਖਾਈ ਜਾਵੇਗੀ। ਕਿਸਾਨਾਂ ਨੂੰ ਬਰਬਾਦ ਕਰਨ 'ਤੇ ਸਰਕਾਰ ਤੁਲ ਚੁੱਕੀ ਹੈ। ਅਸਲ ਵਿੱਚ ਜਿਹੜੀਆਂ ਰਿਪੋਰਟਾਂ ਨੇ ਇਹ ਵੀ ਜੋਗਿੰਦਰ ਯਾਦਵ ਜੀ ਨੇ ਕੀਤੀਆਂ ਸਨ ਜਾਰੀ ਪਹਿਲਾਂ, ਕਿ ਸਰਕਾਰ ਚਾਹੁੰਦੀ ਹੈ ਕਿ ਦੇਸ਼ ਦਾ 56% ਜਿਹੜਾ ਰੁਜ਼ਗਾਰ ਹੈ ਹੁਣ ਕਿਸਾਨੀ ਦੇ ਉੱਤੇ ਖੜਾ ਹੈ। ਜਿਹੜਾ ਦੇਸ਼ ਦਾ ਮਜ਼ਦੂਰ ਕਿਸਾਨ ਕਿਰਤੀ ਸਾਰੇ ਦਾ ਸਾਰਾ 56% ਜਿਹੜਾ ਹੈ ਉਹ ਕਿਸਾਨੀ ਦੇ ਉੱਤੇ ਖੜਾ ਹੈ, ਉਹਦਾ ਕਿਸਾਨੀ ਦੇ ਉੱਤੇ ਨਿਰਵਾਹ ਹੋ ਰਿਹਾ ਹੈ। ਪਰ ਸਰਕਾਰਾਂ ਦੀ ਨੀਤੀ ਹੈ ਕਿ ਉਹਨਾਂ ਨੂੰ ਖੇਤਾਂ ਵਿੱਚੋਂ ਕੱਢ ਕੇ ਉਹਨਾਂ ਨੂੰ ਸ਼ਹਿਰ ਦੀ ਲੇਬਰ ਬਣਾ ਦਿੱਤਾ ਜਾਵੇ। ਬੇਸ਼ੱਕ ਉਹ ਕਿਸਾਨ ਹੋਵੇ, ਬੇਸ਼ੱਕ ਉਹ ਕਿਰਤੀ ਹੋਵੇ, ਉਹਦੇ ਲਈ ਕਿਸਾਨਾਂ ਦਾ ਭਾਈਚਾਰਾ ਤੋੜਨਾ ਪਵੇਗਾ। ਅਤੇ ਜੇ ਭਾਈਚਾਰਾ ਤੋੜਨਾ ਉਹਦੇ ਲਈ ਕਾਰਪੋਰੇਟ ਖੇਤੀ ਚਾਹੀਦੀ ਹੈ। ਕਾਰਪੋਰੇਟ ਖੇਤੀ ਆਏਗੀ, ਵੱਡੇ ਵੱਡੇ ਖੇਤ ਬਣਨਗੇ, ਵੱਡੀਆਂ ਵੱਡੀਆਂ ਮਸ਼ੀਨਾਂ ਆਉਣਗੀਆਂ। ਜਦੋਂ ਵੱਡੀਆਂ ਵੱਡੀਆਂ ਮਸ਼ੀਨਾਂ ਆਉਣਗੀਆਂ, ਵੱਡੇ ਵੱਡੇ ਖੇਤ ਬਣਨਗੇ, ਅਤੇ ਫਿਰ ਇੱਕ ਵੱਡੀ ਵੱਡੀ ਖੇਤੀ ਹੋਏਗੀ, ਵੱਡੇ ਫਾਰਮ ਬਣ ਕੇ ਜਦੋਂ ਖੇਤੀ ਹੋਏਗੀ ਅਤੇ ਫਿਰ ਮਜ਼ਦੂਰਾਂ ਦੀ ਉੱਥੇ ਲੋੜ ਵੀ ਨਹੀਂ ਰਹੇਗੀ। ਕਿਸਾਨ ਤਾਂ ਮਰੇਗਾ ਹੀ ਮਰੇਗਾ, ਕਿਸਾਨ ਨੂੰ ਸ਼ਾਇਦ ਪੈਸੇ ਮਿਲ ਜਾਣ, ਉਹਦਾ ਕਲਚਰ ਹੀ ਖਤਮ ਹੋਏਗਾ। ਪਰ ਜਿਹੜਾ ਮਜ਼ਦੂਰ ਉੱਥੇ ਕੰਮ ਕਰ ਰਿਹਾ, ਜਿਹੜਾ ਸਿਰੀ ਰਲਿਆ ਹੋਇਆ ਹੈ, ਜਿਹੜਾ ਪਿੰਡਾਂ ਦਾ ਮਜ਼ਦੂਰ ਹੈ, ਉਹ ਬਿਲਕੁਲ ਬੇਕਾਰ ਹੋ ਜਾਵੇਗਾ। ਜਾਂ ਤਾਂ ਉਹਨੂੰ ਆਪਣੇ ਘਰ ਛੱਡ ਕੇ ਸ਼ਹਿਰਾਂ 'ਚ ਜਾਣਾ ਪਵੇਗਾ, ਸ਼ਹਿਰ 'ਚ ਭੁੱਖਮਰੀਆਂ ਵਾਲੀ, ਜੇ ਕੰਮ ਨਹੀਂ ਮਿਲੇਗਾ ਭੁੱਖਮਰੀਆਂ ਵਾਲੀ ਹਾਲਤ ਪੈਦਾ ਹੋਏਗੀ। ਚਾਹੀਦਾ ਤਾਂ ਇਹ ਸੀ ਜੇ ਇੰਡਸਟਰੀ ਲਾਉਣੀ ਹੈ, ਚਾਈਨਾ ਵਾਲਾ ਮਾਡਲ ਜੇ ਖੜਾ ਕਰਨਾ ਹੈ, ਚਾਈਨਾ ਨੇ ਇਹ ਮਾਡਲ ਖੜਾ ਕੀਤਾ, ਇੰਡਸਟਰੀ ਵਧਾਈ, ਇੰਡਸਟਰੀ 'ਚ ਮਜ਼ਦੂਰ ਝੋਕਿਆ, ਦੁਨੀਆ ਭਰ ਨੂੰ ਉਹ ਆਪਣੀ ਇੰਡਸਟਰੀ 'ਚ ਬਣਾ ਕੇ ਦੁਨੀਆ ਭਰ ਨੂੰ ਸਪਲਾਈ ਕੀਤੇ। ਛੋਟੇ ਛੋਟੇ ਸਮਾਨ, ਗੇਂਦਾਂ ਬਣ ਰਹੀਆਂ ਨੇ, ਡੋਰਾਂ ਬਣ ਰਹੀਆਂ ਨੇ, ਧਾਗਾ ਬਣ ਰਿਹਾ, ਮੋਮਬੱਤੀਆਂ ਬਣ ਰਹੀਆਂ ਨੇ, ਨਿੱਕੀ ਤੋਂ ਨਿੱਕੀ ਚੀਜ਼ ਬਣ ਰਹੀ ਆ। ਤੁਹਾਡੇ ਘਰ ਦੇ ਵਿੱਚ ਜੋ ਨਿੱਕੀ ਤੋਂ ਨਿੱਕੀ ਚੀਜ਼ ਪਈ ਆ ਉਹ ਬਣ ਰਹੀ ਆ ਉੱਥੇ। ਬਹੁਤ ਵੱਡੀ ਇੰਡਸਟਰੀ ਨਹੀਂ, ਸਮਾਲ ਸਕੇਲ ਇੰਡਸਟਰੀਆਂ ਨੇ, ਪਰ ਉਹਨੂੰ ਵੱਡੇ ਪੱਧਰ 'ਤੇ ਮਜ਼ਦੂਰਾਂ ਨੂੰ ਲਾ ਦਿੱਤਾ ਗਿਆ। ਮਜ਼ਦੂਰ ਖੇਤੀ 'ਚੋਂ ਕੱਢ ਲਿਆ ਗਿਆ, ਪਰ ਖੇਤੀ 'ਚੋਂ ਮਜ਼ਦੂਰ ਬਾਅਦ 'ਚ ਕੱਢੇ, ਪਹਿਲਾਂ ਇੰਡਸਟਰੀਆਂ ਖੜੀਆਂ ਕੀਤੀਆਂ, ਫਿਰ ਉਸ ਖੇਤੀ ਨੂੰ ਸਾਂਝੇ ਤੌਰ 'ਤੇ ਮਸ਼ੀਨਾਂ ਨਾਲ ਕਰਨਾ ਸ਼ੁਰੂ ਕੀਤਾ ਗਿਆ। ਖੇਤੀ 'ਚ ਪਿੱਛੇ ਨਹੀਂ ਗਿਆ, ਪਰ ਪਹਿਲਾਂ ਇੰਡਸਟਰੀ ਖੜੀ ਕੀਤੀ, ਦੁਨੀਆ ਭਰ 'ਚ ਆਪਣੀ ਇੰਡਸਟਰੀ ਦੀ ਧਾਕ ਬਿਠਾਈ। ਜੇ ਹਿੰਦੁਸਤਾਨ ਨੇ, ਜੇ ਭਾਰਤ ਨੇ ਉਸ ਮਾਡਲ 'ਤੇ ਜਾਣਾ, ਪਹਿਲਾਂ ਇੰਡਸਟਰੀ ਖੜੀ ਕਰਨੀ ਪਏਗੀ। ਇੰਡਸਟਰੀ ਖੜੀ ਕੀਤੀ ਨਹੀਂ, ਇੰਡਸਟਰੀ ਜਿਹੜੀ ਹੈ ਵੀ ਸੀ ਦੇਸ਼ ਦੀ, ਉਹਨੂੰ ਸਾਰੀ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ। ਇੱਕ ਵੀ ਨਵਾਂ ਵੱਡਾ ਕਾਰਖਾਨਾ ਸਰਕਾਰ ਵੱਲੋਂ ਖੜਾ ਨਹੀਂ ਕੀਤਾ ਗਿਆ। ਅਤੇ ਖੇਤੀ ਜਿਹੜੇ ਲੋਕੀ ਖੜੇ ਸਨ ਉਹ ਖਰਾਬ ਕਰ ਦਿੱਤੀ। ਉਹਨੂੰ ਖਰਾਬ ਕਰਨ ਦੇ ਲਈ ਕਾਨੂੰਨ ਬਣਾਉਣੇ ਸ਼ੁਰੂ ਕਰਤੇ। ਬਾਵੇਲਾ ਤਾਂ ਖੜਾ ਹੁੰਦਾ ਹੈ, ਜੇ ਕਿਤੇ ਜ਼ਰੂਰੀ ਦੇਸ਼ ਨੇ ਗਾਂਹ ਜਾਣਾ ਹੈ ਤਾਂ ਬਿਲਕੁਲ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਦੇਸ਼ ਦਾ ਵੱਡਾ ਹਿੱਸਾ ਖੇਤੀ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਲੇਬਰ ਦਾ ਵੱਡਾ ਹਿੱਸਾ ਖੇਤੀ 'ਤੇ ਨਿਰਭਰ ਨਹੀਂ ਹੋਣਾ ਚਾਹੀਦਾ, ਇੰਡਸਟਰੀ 'ਤੇ ਹੀ ਹੋਣਾ ਚਾਹੀਦਾ। ਪਰ ਇੰਡਸਟਰੀ ਖੜੀ ਤਾਂ ਕੀਤੀ ਜਾਵੇ। ਤੁਸੀਂ ਇੰਡਸਟਰੀ ਖੜੀ ਨਹੀਂ ਕੀਤੀ, ਖੇਤੀ ਨੂੰ ਬਰਬਾਦ ਕਰਨ 'ਤੇ ਆ ਗਿਆ।
ਤੇ ਖੇਤੀ ਕਾਰਪੋਰੇਟ ਘਰਾਣੇ ਦੇ ਦਿੱਤੀ, ਖੇਤੀ ਦੀ ਇੰਡਸਟਰੀ ਬਣਾ ਦਿੱਤੀ, ਤੇ ਫਿਰ ਜਿਹੜਾ ਉਹਦੇ 'ਚੋਂ ਮਜ਼ਦੂਰ ਬੇਕਾਰ ਹੋਏਗਾ ਉਹ ਭੁੱਖਾ ਮਰੇਗਾ, ਭੁੱਖਮਰੀ ਪੈਦਾ ਹੋਏਗੀ। ਸੋ ਜਿੰਨਾ ਕਿਸਾਨਾਂ ਨੂੰ ਡਰ ਹੈ ਉਨਾ ਹੀ ਮਜ਼ਦੂਰਾਂ ਨੂੰ ਡਰ ਇਹਦਾ, ਤੇ ਇਸੇ ਕਰਕੇ ਮਜ਼ਦੂਰ ਕਿਸਾਨਾਂ ਦੇ ਨਾਲ ਆ ਕੇ ਬੈਠ ਗਏ ਨੇ। ਇਸੇ ਕਰਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ। ਇਸੇ ਕਰਕੇ ਇੰਨਾ ਵੱਡਾ ਅੰਦੋਲਨ ਖੜਾ ਹੋ ਗਿਆ। ਇਹ ਗੱਲ ਨੂੰ ਸਰਕਾਰਾਂ ਨੂੰ ਸਮਝਣ ਦੀ ਲੋੜ ਹੈ, ਤੇ ਸਰਕਾਰ ਛੇਤੀ ਕੀਤੀ ਮੰਨੇਗੀ ਨਹੀਂ, ਕਾਨੂੰਨ ਵਾਪਸ ਨਹੀਂ ਹੋਣਗੇ। ਉਹ ਨਜ਼ਰ ਆ ਰਿਹਾ ਹੈ, ਬੈਰੀਕੇਡ ਵੱਡੇ ਲੱਗ ਰਹੇ ਨੇ, ਲੰਬੇ ਬੈਰੀਕੇਡ ਲੱਗ ਰਹੇ ਨੇ, 12-12 ਪਰਤਾਂ ਦੇ ਬੈਰੀਕੇਡ ਲੱਗ ਰਹੇ ਨੇ। ਇੱਕ ਤਾਂ ਇਹ ਦੱਸਦਾ ਹੈ ਕਿ ਸਰਕਾਰ ਚਾਹੁੰਦੀ ਨਹੀਂ ਗੱਲ ਨਿਬੇੜਨਾ, ਨਹੀਂ ਤਾਂ ਇੱਡਾ ਵੱਡਾ ਖਰਚਾ ਕਰਨ ਦੀ ਲੋੜ ਨਹੀਂ ਸੀ। ਜਿੱਦਾਂ ਮੋਰਚੇ ਲਾਏ ਜਾਂਦੇ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਦੀਆਂ ਸਰਹੱਦਾਂ 'ਤੇ ਜਿੱਦਾਂ ਲਾਇਆ ਜਾਂਦਾ ਹੈ, ਉਦੋਂ ਵੀ ਜ਼ਿਆਦਾ ਹਿੰਦੁਸਤਾਨ ਦੀ ਪਾਕਿਸਤਾਨ ਦੀ ਸਰਹੱਦ 'ਤੇ ਸ਼ਾਇਦ ਐਡੀ ਵੱਡੀ ਬੈਰੀਕੇਡ ਨਾ ਹੋਵੇ 12-12 ਪਰਤਾਂ ਦੀ, ਪਰ ਦਿੱਲੀ ਦੇ ਬਾਰਡਰ 'ਤੇ ਕਿਸਾਨਾਂ ਦੇ ਮੂਹਰੇ ਲਾ ਦਿੱਤੀ ਗਈ ਹੈ। ਇਹਦਾ ਮਤਲਬ ਇਹਨੂੰ ਸੰਘਰਸ਼ ਨੂੰ, ਕਿਸਾਨ ਅੰਦੋਲਨ ਨੂੰ ਜੰਗ ਦੇ ਵਾਂਗੂ ਲੈ ਰਿਹਾ ਹੈ ਕੇਂਦਰ ਸਰਕਾਰ। ਸਰਕਾਰ ਇਹਨੂੰ ਜੰਗ ਦੇ ਵਾਂਗੂ ਲੈ ਰਹੀ, ਤੇ ਜੇ ਜੰਗ ਦੇ ਵਾਂਗੂ ਲੈ ਰਹੀ ਹੈ ਤੇ ਇਹਦਾ ਮਤਲਬ ਦੇਵੇਗੀ ਕੁਛ ਨਹੀਂ। ਅਹੰਕਾਰ ਦਾ ਸਵਾਲ ਬਣ ਗਿਆ, ਹੰਕਾਰ ਦਾ ਸਵਾਲ ਬਣ ਗਿਆ। ਇਹ ਗੱਲ ਕਿਸਾਨ ਆਗੂ ਨੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲਾਂ ਕਹੀਆਂ ਨੇ। ਬੇਸ਼ੱਕ ਉਹ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਹੈ, ਤੇ ਬੇਸ਼ੱਕ ਕਿਰਤੀ ਕਿਸਾਨ ਯੂਨੀਅਨ ਹੈ ਜਿਹੜੀ ਪੰਦੇਰ ਸਾਹਿਬ ਵਾਲੀ, ਉਹਨਾਂ ਨੇ ਵੀ, ਦੋਵਾਂ ਨੇ ਹੀ ਇਹ ਗੱਲਾਂ ਮਿਲਵੀਆਂ ਤੁਲਵੀਆਂ ਹੀ ਕਹੀਆਂ ਨੇ। ਗੱਲਬਾਤ ਕਰਨ ਦੀ ਜਦੋਂ ਗੱਲ ਕੀਤੀ ਉਦੋਂ ਵੀ ਗੱਲ ਉਹਨਾਂ ਨੇ ਆਖ ਦਿੱਤੀ ਕਿ ਗੱਲਬਾਤ ਤਾਂ ਕਰਨ ਨੂੰ ਦੋਨੇ ਤਰ੍ਹਾਂ ਜਿੰਨੀਆਂ ਕਿਸਾਨ ਯੂਨੀਅਨ ਨੇ ਸਾਰੀਆਂ ਤਿਆਰ ਨੇ, ਪਰ ਸੱਦਾ ਤਾਂ ਆਵੇ। ਇਹ ਕਹਿ ਕੇ ਕਿ ਇਹ ਫੋਨ ਕਾਲ ਵੇ, ਤੇ ਫੋਨ ਕਾਲ ਵੇ ਦੀ ਗੱਲ ਤਾਂ ਨਰਿੰਦਰ ਤੋਮਰ ਜੀ ਨੇ ਪਹਿਲਾਂ ਹੀ ਆਖ ਦਿੱਤੀ ਸੀ। ਉਹ ਗੱਲ ਦੇ ਵਿੱਚ ਕੋਈ ਬੜਾ ਵੱਡਾ ਫਰਕ ਨਹੀਂ ਪਿਆ। ਇੱਕ ਗੱਲ ਹੋਰ, ਸਰਕਾਰ ਦੀ ਸਖਤੀ ਜਿੱਥੋਂ ਕਰਨ ਦਾ ਨਜ਼ਰੀਆ ਦਿਸ ਰਿਹਾ। ਕਿਸਾਨ ਮੋਰਚੇ 'ਚ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲਾਂ ਕਹੀਆਂ ਗਈਆਂ। ਜੋ ਸਾਡੀ ਉੱਥੇ ਟੀਮ ਹੈ, ਵੀਰ ਰਣਧੀਰ ਸਿੰਘ ਜੀ ਸਾਡੇ ਟਰਸਟੀ ਗਏ ਹੋਏ ਨੇ, ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ ਦੇਖ ਰਹੇ ਹੋ ਉੱਥੇ ਸਾਡੇ ਜਿਹੜੇ ਇੰਚਾਰਜ ਨੇ ਉਹ ਉੱਥੇ ਕੰਮ ਕਰ ਰਹੇ ਨੇ। ਵੀਰ ਰਣਧੀਰ ਸਿੰਘ ਜੀ ਅੱਜ ਟਕੈਤ ਦੀ ਜਿਹੜੀ ਰਾਜਸਥਾਨ ਦੇ ਯੂਪੀ ਦੇ ਬਹੁਤ ਵੱਡੇ ਆਗੂ ਨੇ ਕਿਸਾਨ ਯੂਨੀਅਨ ਦੇ, ਉਹਨਾਂ ਨਾਲ ਅੱਜ ਮੁਲਾਕਾਤ ਕੀਤੀ। ਉਹਨਾਂ ਨੇ ਮੁਲਾਕਾਤ ਕਰਕੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਕੁਛ ਸਾਂਝੀਆਂ ਵੀ ਕੀਤੀਆਂ ਜਾਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ। ਲੰਬਾ ਸਮਾਂ ਤਕਰੀਬਨ ਸਾਰੀ ਦਿਹਾੜੀ ਉਹਨਾਂ ਕੋਲ ਬੈਠੇ ਬਾਕੀ ਵੱਖ-ਵੱਖ ਕਿਸਾਨ ਆਗੂਆਂ ਨੂੰ ਵੀ ਮਿਲੇ, ਤੇ ਗੁਰਪ੍ਰੀਤ ਸਿੰਘ ਜੀ ਨੇ ਸਾਰੀ ਜਿਹੜੀ ਗੱਲ ਕੀਤੀ। ਵੀਰ ਰਣਧੀਰ ਸਿੰਘ ਜੀ ਇੱਥੋਂ ਗਏ ਹੋਏ ਨੇ, ਸਾਡੇ ਟਰਸਟੀ ਨੇ, ਗੁਰਪ੍ਰੀਤ ਸਿੰਘ ਜੀ ਉੱਥੇ ਕਰ ਰਹੇ ਨੇ। ਤੇ ਜਿਹੜੀ ਗੱਲ ਸਾਹਮਣੇ ਆਈ ਹੈ ਕਿਸਾਨ ਸੰਯੁਕਤ ਕਿਸਾਨ ਮੋਰਚਾ ਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ, ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਦਾ ਟਵਿੱਟਰ ਅਕਾਊਂਟ ਸੀ, ਟਰੈਕਟਰ ਟੂ ਟਰਾਲੀ ਬੰਦ ਕਰ ਦਿੱਤਾ ਗਿਆ, ਅਕਾਊਂਟ ਵਿਦਹੈਲਡ ਕਰ ਦਿੱਤਾ ਗਿਆ। ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕਿਹਾ ਕਰਨਾ ਚਾਹੀਦਾ, ਸਰਕਾਰ ਨੇ ਕਰਵਾਇਆ ਟਵਿੱਟਰ ਇੰਡੀਆ ਦੇ ਕੋਲੋਂ, ਕਿਉਂਕਿ ਉਹ ਕੰਪਨੀਆਂ ਟਵਿੱਟਰ ਇੰਡੀਆ ਨੇ ਸਾਰੇ ਇਕੱਲੇ ਕਿਸਾਨਾਂ ਦਾ ਸੰਯੁਕਤ ਮੋਰਚਾ ਨਹੀਂ ਕੀਤਾ ਗਿਆ, ਕਿਸਾਨਾਂ ਨਾਲ ਲੱਗਦੇ ਜਿੰਨੇ ਵੀ ਟਵਿੱਟਰ ਸਨ ਜਿਨ੍ਹਾਂ ਤੋਂ ਕਿਸਾਨਾਂ ਦੀਆਂ ਗੱਲਾਂ ਹੁੰਦੀਆਂ ਸਨ, ਉਹ ਸਾਰੇ ਦੇ ਸਾਰੇ ਜਿਹੜੇ ਸੀ ਉਹਨਾਂ ਦੇ ਉੱਤੇ ਬੰਦਿਸ਼ ਲਾ ਦਿੱਤੀ ਗਈ, ਉਹਨਾਂ ਨੂੰ ਰੋਕ ਦਿੱਤਾ ਗਿਆ। ਔਰ ਕਦ ਤੱਕ ਰੋਕਣਾ ਹੈ, ਕਦੋਂ ਦੁਬਾਰਾ ਚਾਲੂ ਕਰਨਾ ਹੈ, ਇਹ ਕੋਈ ਅਜੇ ਉਹਦੇ ਬਾਰੇ ਕੋਈ ਆਦੇਸ਼ ਨਹੀਂ। ਬਸ ਨਾਲ ਇੱਕ ਗੱਲ ਹੋਰ ਕੀਤੀ ਜਿਹੜੀ ਇਦੋਂ ਵੀ ਜ਼ਿਆਦਾ ਸਖਤ ਹੈ, ਕਿ ਜਿਹੜੇ ਲੋਕ ਆਪਣੇ ਪਰਸਨਲ ਅਕਾਊਂਟ ਦੇ ਵਿੱਚੋਂ, ਆਪਣੀ ਪਰਸਨਲ ਅਕਾਊਂਟ ਦੇ ਵਿੱਚੋਂ ਮਦਦ ਕਰ ਰਹੇ ਸਨ ਕਿਸਾਨਾਂ ਦੇ ਟਵਿੱਟਰ ਦੀ, ਜਿਨ੍ਹਾਂ ਦੇ ਪਰਸਨਲ ਅਕਾਊਂਟ ਸਨ, ਉਹ ਸਾਰੇ ਅਕਾਊਂਟ ਵੀ ਬੰਦ ਕਰ ਦਿੱਤੇ ਗਏ। ਬਸ ਆਹ ਹੀ ਆਖਿਆ ਕਿ ਲੀਗਲ ਇੰਸਟਰਕਸ਼ਨ ਹੈ ਸਰਕਾਰ ਦੀ, ਉਹ ਵੀ ਬੰਦ ਕਰ ਦਿੱਤੇ ਗਏ। ਦੂਜੀ ਗੱਲ, ਜਿਹੜੇ ਲੋਕ ਮਾਇਆ ਦੇ ਤੌਰ ਤੇ ਮਦਦ ਕਰ ਰਹੇ ਸੀ, ਕਿਸਾਨ ਮੋਰਚੇ ਨੇ ਇਹ ਵੀ ਗੱਲ ਕਹੀ, ਸੰਯੁਕਤ ਕਿਸਾਨ ਮੋਰਚੇ ਨੇ, ਜਿਹੜੇ ਕੋਈ ਲੋਕ ਮਾਇਆ ਤੌਰ ਤੇ ਮਦਦ ਕਰ ਰਹੇ ਸੀ, ਕੋਈ ਵਪਾਰੀ ਸੀ, ਕੋਈ ਵੱਡੇ ਜ਼ਿਮੀਂਦਾਰ ਸੀ, ਕੋਈ ਪਰਸਨਲ ਸੀ ਜਿਨ੍ਹਾਂ ਦੇ ਸੱਜਣ ਮਿੱਤਰ ਬਾਹਰ ਬੈਠੇ ਨੇ, ਉੱਥੇ ਉਹਨਾਂ ਕੋਲ ਪੈਸੇ ਸੀ, ਵੱਖ-ਵੱਖ ਅਕਾਊਂਟਾਂ ਦੇ ਵਿੱਚੋਂ ਜਿਹੜੇ ਕਿਸਾਨਾਂ ਲਈ ਸੰਯੁਕਤ ਮੋਰਚੇ ਲਈ ਜਿੱਥੋਂ ਪੈਸੇ ਨਿਕਲੇ, ਜਿੱਥੇ ਖਰਚੇ ਕੀਤੇ ਗਏ, ਜਿੱਥੋਂ ਉਹਨਾਂ ਬੈਂਕ ਅਕਾਊਂਟ ਦੀ ਵੀ ਫੋਲਾਫਾਲੀ ਕਰਨੀ ਸ਼ੁਰੂ ਕਰ ਦਿੱਤੀ ਹੈ, ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕੀਤਾ। ਇਹਦਾ ਵੱਲ ਸੈਂਟਰ ਸਰਕਾਰ ਦੀਆਂ ਹਦਾਇਤਾਂ ਤੇ ਸਾਰਾ ਕੁਝ ਹੋ ਰਿਹਾ ਹੈ। ਤੇ ਇਹ ਗੱਲਾਂ ਇਸ ਕਰਕੇ ਕਿਸਾਨ ਮੋਰਚਾ ਸੋਚ ਰਿਹਾ ਹੈ, ਸੰਯੁਕਤ ਕਿਸਾਨ ਮੋਰਚਾ ਸੋਚ ਰਿਹਾ ਹੈ ਕਿ ਸਾਨੂੰ ਡਰਾਇਆ ਜਾ ਰਿਹਾ ਹੈ, ਦਬਾਇਆ ਜਾ ਰਿਹਾ ਹੈ, ਧਮਕਾਇਆ ਜਾ ਰਿਹਾ ਹੈ ਕਿ ਅਸੀਂ ਕਿਸ ਤਰ੍ਹਾਂ ਝੁਕ ਜਾਈਏ, ਸਾਨੂੰ ਝੁਕਾਇਆ ਜਾ ਰਿਹਾ, ਕੋਸ਼ਿਸ਼ ਕੀਤੀ ਜਾਂਦੀ ਪਰ ਸਾਡੀ ਗੱਲ ਨਹੀਂ ਜੀ ਸੁਣੀ ਜਾ ਰਹੀ। ਇਹ ਗੱਲ ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਹੀ ਹੈ। ਤੇ ਰਾਕੇਸ਼ ਟਿਕੈਤ ਜੀ ਨੇ, ਜਿਹੜੇ ਕਿ ਹੀਰੋ ਬਣ ਕੇ ਉੱਭਰੇ ਸਾਰੇ ਪਿਛਲੇ ਸਮੇਂ ਦੇ ਦੌਰਾਨ, ਉਹਨਾਂ ਨੇ ਆਖਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਨੂੰ ਝੁਕਾਇਆ ਜਾਵੇ, ਅਸੀਂ ਨਹੀਂ ਚਾਹੁੰਦੇ ਸੰਸਦ ਨੂੰ ਝੁਕਾਇਆ ਜਾਵੇ, ਅਸੀਂ ਨਹੀਂ ਚਾਹੁੰਦੇ ਦੇਸ਼ ਦੇ ਨਿਸ਼ਾਨ ਤਿਰੰਗੇ ਨੂੰ ਝੁਕਾਇਆ ਜਾਵੇ, ਅਸੀਂ ਨਹੀਂ ਚਾਹੁੰਦੇ ਲਾਲ ਕਿਲ੍ਹੇ ਨੂੰ ਝੁਕਾਇਆ ਜਾਵੇ, ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਕਿਸਾਨ ਨੂੰ ਝੁਕਾਇਆ ਜਾਵੇ। ਬਰਾਬਰ ਦੀ ਧਿਰ ਬਣਾ ਕੇ ਗੱਲ ਕੀਤੀ ਜਾਵੇ।
प्रधानमंत्री ने गलबात करन दा सद्दा दिता, हाले सद्दा दिता नहीं, सिर्फ क्या ही है। पर किसान जथेबंदियां ने प्रैस कानफ्रेंस करके सांझे तौर पर सारे ग्रुपां ने वक्रे वक्रे बेशक गल कही, पंधेर ग्रुप है, राज्यपाल ग्रुप है, बेशक वक्रे वक्रे तौर पर बेशक गल कही, पर गल इक्को ही कही है कि गल करन नूं तैयार आ, गल करांगे भी, गल तो भजदे भी नहीं, पर गल करन तो पहलां एक ਉਹਦੇ ਲਈ माहौल बनना चाहिए। तो माहौल बनाने के लिए पहली गल है कि ਜਿਹੜੇ 26 जनवरी ਨੂੰ नौजवान फड़े सन, ਜਿਹੜੇ ट्रैक्टर फड़े सन, जिन्हां ते केस पाए गए ने, वो सारे केस वापस लैके नौजवानों को जेल दे विचों रिहा किया जाए, थाणिਆਂ चों रिहा किया जाए। किसान आगूआं ते ਜਿਹੜੇ केस पैने वो सारे वापस केस लै किए जाण, और ਜਿਹੜੇ लोगों तो हमले करवाए जा रहे हैं बख्शे किसानों के उत्ते, वो हमले ਜਿਹੜੇ ਆਪਣੀਆਂ ਜਿਹੜੀਆਂ ਭੜਕੀਆਂ ਆਪਣੇ ਜਿਹੜੇ ਉਹਨਾਂ ਦੇ ਆਪਣੇ ਲੀਡਰ ਨੇ ਉਹਨਾਂ ਦੀ ਥੋੜੀ ਜਿਹੀ ਤਾਲਾਬੰਦੀ, ਉਹਨਾਂ ਦੀ ਜ਼ਬਾਨ ਦੀ ਤਾਲਾਬੰਦੀ ਕੀਤੀ ਜਾਵੇ। ਤਾਲਾਬੰਦੀ ਚੱਲ ਰਹੀ ਹੈ, ਪਰ ਉਹਨਾਂ ਦੀ ਜ਼ਬਾਨ ਦੀ ਤਾਲਾਬੰਦੀ ਕੀਤੀ ਜਾਵੇ ਕਿ ਕਿਸਾਨਾਂ ਦੇ ਬਾਰੇ ਕਿਹੋ ਜਿਹਾ ਸ਼ਬਦ ਬੋਲ ਰਹੇ ਨੇ। ਇੱਦਾਂ ਦੀਆਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਾਰੀਆਂ ਗੱਲਾਂ ਅੱਜ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਹੀਆਂ ਗਈਆਂ। ਤੇ ਜਦੋਂ ਬਜਟ ਆਇਆ, ਬਜਟ ਦੇ ਬਾਰੇ ਬਜਟ ਨੂੰ ਭਾਰਤੀ ਜਨਤਾ ਪਾਰਟੀ ਨੇ, ਉਹਨਾਂ ਦੇ ਆਗੂਆਂ ਨੇ, ਸਰਕਾਰ ਦੇ ਵਜ਼ੀਰਾਂ ਨੇ, ਸਾਰਿਆਂ ਨੇ ਦੱਸਿਆ कि डिजिटल बजट है इंडिया ਨੂੰ डिजिटल वर्ल्ड च लैके जाएगा। तो सुखबीर सिंह बादल ने, श्रोमणी अकाली दल के प्रधान ने, MP भी ने, उन्होंने उहदे ते एक नुकता खड़ा किया कि डिजिटल बजट का की फायदा जे किसान सड़कों पर रुल रहा तुहानूं नज़र नहीं आता। जिहड़ा देश की आर्थिकता की रीढ़ की हड्डी है, जो उहदा लक तोड़ दिओगे तो देश का डिजिटल बजट में कित्थे जाएगा। और ये सारे जिद्दां दे हालात बने ने, किसानां दे उत्ते मुकदमे किए जा रहे हैं, नौजवानों को जेल। एक गल जिहड़ी सामने आई, हिंदुस्तान के नैशनल मीडिया ने बड़ा प्रचारिया कि पुलिस वालों दे तो सट्टां लगियां, पर पुलिस वालों ने अगों हथ नहीं चुक्या। पर बाद दियां जिद्दां जिद्दां समां बीती जांदा, सच सामने आई जांदा, गोलियां चलन दियां घटनावां भी होईयां, लाल किले के अंदर भी बाहर भी, मौतां भी होईयां, जख्मी भी होए, डांग भी पूरी तरह वरी, ट्रैक्टर भी फड़ेगा, अंदर प्रदर्शनकारी भी फड़ेगा। जिहड़ा कल्ला हो गया बाहर उन्होंने काबू कर लिया गया, जिहड़ा काबू आया उन्होंने काबू कर लिया गया। तो एक दो नहीं, सैकड़े नौजवान फड़ेगा, वक्-वक् थाने अंदर बंद किए गए। तो जिहड़ा सी 24 घंटे तो ज़्यादा थाने अंदर नहीं रखा जा सकता, खास हालत 48 घंटे तो ज़्यादा नहीं रखा जा सकता, वो सारे छिक्के तोड़ कर थाने ही बंद किया गया। दिल्ली गुरुद्वारा प्रबंधक कमेटी के प्रधान मनजिंदर सिंह सिरसा ने यत्न करके कल्ले कल्ले थाने अंदर जाके जिथे जिथे जाके उन्हों की नाल आम आदमी पार्टी की सरकार है, उन्होंने लीडर ने भी नाल मदद की, बेशक सारे इकट्ठे हुए इस मसले के उत्ते, उन्होंने सारिਆਂ तिहाड़ जेल भिजवाया। तो 200 तो ज़्यादा जिहड़े तिहाड़ जेल अंदर कैद ने। संयुक्त किसान मोर्चे का कहना है कि 200 नहीं, साढ़े कोलों 400 के नेड़े तेड़े जिहड़े लोग ने, वो साडे जिहड़े वर्कर ने वो गुम ने। तो मैं चाहुंदा कि एक जिहड़ी छोटा जिहा तुहानूं दिखा दिता जाए, मनजिंदर सिंह सिरसा ने जिहड़ा उत्थे सारी गल कही आ, जिहड़े थाणिਆਂ ਵਿੱਚੋਂ ਕੱਢ के जेल च भेजे गए ने, सारी गल है आपां सुन लैने, उन्हां दी ਜ਼ਬਾਨੀ सुन लैने। वाहिगुरू जी, सत श्री अकाल जी। ये बड़ी इंपॉर्टेंट वीडियो मैं तुहाडे लई पा रहा, और मैनूं उम्मीद है कि तुसीं सारे शेयर करके जिहड़े किसान अंदोलन के अंदर वीर आए और उन्होंने बारे जानकारी नहीं मिल पा रही, मैं तुहानूं डिटेल वाइज सब की जानकारी देण लगा है। और मैं फिर बेनती करूँगा अपने सारे वीरों इस वीडियो नूं नाल दी नाल शेयर करियो जे, ताकि जिन्हां दे घर दे जी गवाचे उन्होंने पता लग सके। टोटल किसान अंदोलन के अंदर 120 लोग हुण तक गिरफ्तार होए ने। ये अंदर जिहड़ा लाल किले का इंसीडेंट सी, उहदे अंदर कोई भी गिरफ्तारी अजे तक नहीं हुई। लाल किले के इंसीडेंट की कोई गिरफ्तारी नहीं हैगी। 120 लोग गिरफ्तार होए ने। इन्हां 120 लोगों चों 87 लोग के आस पास जोड़े ने ये 26 तरीक को हुए हैं, और 34 लोग जोड़े ने 26 तो बाद 28 तरीक को हुए हैं। सो जोड़े वो लोग ने उन्होंने जानकारी आप पहला भी दी, मैं अज भी दसदा है। ये अंदर मुखर्जी नगर अंदर FIR लॉज हुई है, जिहदे अंदर प्रकाश सिंह सन ऑफ अरबेल सिंह फिरोजपुर तो, स्वर्ण सिंह सन ऑफ संतोख सिंह पटियाले तो, जोगिंदर सिंह सन ऑफ नरिंजन सिंह मानसा तो, बलविंदर सिंह सन ऑफ अमरीक सिंह हुशियारपुर तो, गुरदयाल सिंह सन ऑफ तारा सिंह लाडवा हुशियारपुर तो, परमजीत सिंह सन ऑफ केसर सिंह यमुनानगर तो,
ਜਗਜੀਤ ਸਿੰਘ ਸਨ of ਬੰਤਾ ਸਿੰਘ ਸੰਗਰੂਰ, ਗੁਰਮੁਖ ਸਿੰਘ ਸਨ of ਭਾਨ ਸਿੰਘ ਖਮਾਣੂ ਫਤਿਹਗੜ੍ਹ ਸਾਹਿਬ, ਕੁਲਵਿੰਦਰ ਸਿੰਘ ਸਨ of ਖਾਲਿਸਤਾਨੀ ਕੁਲਵਿੰਦਰ ਸਿੰਘ ਕੇਅਰ of ਖਾਲਿਸਤਾਨੀ, ਇਲਾਸ ਖਾਲਿਸਤਾਨੀ ਸਨ of ਪਿਆਰਾ ਸਿੰਘ ਬਰਨਾਲੇ ਤੋਂ। ਅਗਲੀ FRI ਨਾਂਗਲੋਈ ਦੀ ਆ। ਇਹ ਨਾਂਗਲੋਈ ਦੀ FIR ਦੇ ਅੰਦਰ ਦੀਪਕ ਸਨ of ਪ੍ਰੇਮ ਡਾਗਰ ਹਰਿਆਣਾ ਤੋਂ, ਪ੍ਰਵੇਸ਼ ਧਰਮਵੀਰ ਹਰਿਆਣਾ ਤੋਂ, ਰਵੀ ਸਨ of ਭਗਵਾਨ ਸਿੰਘ ਹਰਿਆਣਾ ਤੋਂ, ਅਰਸ਼ਦੀਪ ਹਰਿਆਣਾ ਤੋਂ, ਅਲਮੇਰ ਸਨ of ਰਾਮਪਾਲ ਹਰਿਆਣਾ ਤੋਂ, ਨਵੀਨ ਹਰਿਆਣਾ ਤੋਂ, ਦਿਨੇਸ਼ ਹਰਿਆਣਾ ਤੋਂ। ਆਪ ਸਭ ਦੇਖ ਰਹੇ ਹੋ ਸੰਗਤ ਟੈਲੀਵਿਜ਼ਨ ਤੇ ਸੰਗਤ ਟੈਲੀਵਿਜ਼ਨ ਦੇ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਵੱਖ-ਵੱਖ ਥਾਣਿਆਂ ਤੋਂ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਗਏ 26 ਜਨਵਰੀ ਨੂੰ ਜਾਂ ਉਦੋਂ ਅੱਗੇ ਪਿੱਛੇ, ਉਹਨਾਂ ਦੀ ਲਿਸਟ ਪੇਸ਼ ਕਰ ਰਹੇ ਸਨ। ਉਹਨਾਂ ਦੇ ਕਹਿਣ ਮੁਤਾਬਕ ਲਾਲ ਕਿਲ੍ਹੇ ਦੇ ਅੰਦਰੋਂ ਫੜੀ ਇਹ ਲਿਸਟ ਦੇ ਵਿੱਚ ਕੋਈ ਬੰਦਾ ਨਹੀਂ, ਪਰ ਬਾਹਰੋਂ ਜਿਹੜੇ ਫੜੇਗਾ ਉਹਨਾਂ ਤੇ ਕਈ ਤਰ੍ਹਾਂ ਦੇ ਵੱਖਰੀਆਂ ਧਾਰਾਂ ਲਾ ਕੇ ਮੁਕੱਦਮੇ ਦਰਜ ਕੀਤੇ ਗਏ ਨੇ। ਔਰ ਜਿਹੜੀ ਉਹਨਾਂ ਕੋਲ ਲਿਸਟ ਹੈ ਉਹਨਾਂ ਨੇ ਉਹਦੀ ਗੱਲ ਹੀ ਕੀਤੀ ਆ। ਇਦੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਕੋਲ ਵੀ ਇੱਕ ਲਿਸਟ ਹੈ ਜਿਹੜੀ ਉਹਨਾਂ ਨੇ ਆਪਣੇ ਤੌਰ ਤੇ ਪੈਰਵਾਈ ਕੀਤੀ। ਉਹਨਾਂ ਨੇ ਇੱਕ ਵਕੀਲਾਂ ਦਾ ਆਪਣੇ ਤੌਰ ਤੇ ਪੈਨਲ ਬਣਾਇਆ ਹੈ। ਇਹ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਰਵਾਈ ਕਰੀ ਉਹਨਾਂ ਦੀ ਗੱਲ ਹੈ। ਟੋਟਲ ਮਿਲਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਕਹਿਣ ਮੁਤਾਬਕ 400 ਦੇ ਨੇੜੇ ਤੇੜੇ ਜਿਹੜਾ ਬੰਦਾ ਬਣ ਜਾਂਦਾ। ਲਿਸਟ ਪੂਰੀ ਕਿਉਂਕਿ ਸਮਾਂ ਲੱਗਣਾ ਹੈ, ਪੂਰੀ ਤੁਹਾਨੂੰ ਜਾਣ ਕੇ ਨਹੀਂ ਸੁਣਾਈ, ਪਰ ਉਹ ਜਿਹੜੀ ਮਨਜਿੰਦਰ ਸਿੰਘ ਸਿਰਸਾ ਨੇ ਲਿਸਟ ਦੱਸੀ ਸੀ ਉਹ ਆਪ ਸਭ ਨਾਲ ਸਾਂਝੀ ਕੀਤੀ ਹੈ। ਵੱਖ-ਵੱਖ ਥਾਣਿਆਂ ਦੇ ਜਿਹੜੀ ਪਹਿਲਾਂ ਗੱਲ ਕਹੀ ਜਾਂਦੀ ਸੀ ਦਿੱਲੀ ਪੁਲਿਸ ਦੇ ਵੱਲੋਂ, ਜਿਹੜੀ ਗੱਲ ਕਹੀ ਜਾਂਦੀ ਸੀ ਨੈਸ਼ਨਲ ਮੀਡੀਆ ਦੇ ਉੱਤੇ, ਹਿੰਦੁਸਤਾਨ ਦੇ ਭਾਰਤ ਦੇ ਨੈਸ਼ਨਲ ਮੀਡੀਆ ਦੇ ਉੱਤੇ ਜਿਹੜੀ ਗੱਲ ਕਹੀ ਜਾਂਦੀ ਸੀ ਕਿ ਪੁਲਿਸ ਨੇ ਕਿਸੇ ਤੇ ਕੁਛ ਕੀਤਾ ਹੀ ਨਹੀਂ, ਨਾ ਲਾਠੀ ਚਾਰਜ ਕੀਤਾ, ਨਾ ਫੜਿਆ, ਨਾ ਕੁਛ, ਉਹ 200 ਤੋਂ ਵੱਧ ਬੰਦਿਆਂ ਦੇ ਉੱਤੇ ਹੁਣ ਕੇਸ ਦਰਜ ਹੋਏ ਨੇ। ਲਾਲ ਕਿਲ੍ਹੇ ਦੇ ਆਲੇ ਦੁਆਲੇ ਫੜਿਆ ਬੇਸ਼ੱਕ ਅਜੇ ਤੱਕ ਕੋਈ ਨਹੀਂ ਗਿਆ। ਉਹਨਾਂ ਵਿੱਚ ਬੜੇ ਵੱਡੇ ਨਾਮ ਵੀ ਨੇ, ਉਹਨਾਂ 'ਚ ਕਿਸਾਨ ਆਗੂਆਂ ਦੇ ਵੀ ਨਾਂ ਨੇ, ਉਹਨਾਂ 'ਚ ਜਿਨ੍ਹਾਂ ਨੇ ਝੰਡੇ ਚਲਾਏ ਉਹਨਾਂ ਦੇ ਵੀ ਨਾਂ ਨੇ। ਉਹਨਾਂ ਦੇ ਘਰਾਂ ਤੱਕ ਪੁਲਿਸ ਪਹੁੰਚੀ ਹੈ ਪਰ ਅਜੇ ਤੱਕ ਫੜਿਆ ਨਹੀਂ ਗਿਆ। 200 ਦੇ ਨੇੜੇ ਤੇੜੇ ਦੀ ਲਿਸਟ ਉਹ ਹੈ। ਇਹ ਜਿਹੜੀ 120 ਦੇ ਨੇੜੇ ਤੇੜੇ ਲਿਸਟ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ। ਕੁਛ ਲਿਸਟ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਪੈਰਵਾਈ ਕੀਤੀ ਹੈ, ਪੰਧੇਰ ਵਾਲਿਆਂ ਕੀਤੀ ਹੈ, ਕੁਛ ਉਹਨਾਂ ਦੀ ਆ। ਸੋ ਇਹ ਸਾਰੇ ਮਿਲਾ ਕੇ ਟੋਟਲ 400 ਤੋਂ ਉੱਤੇ ਬਣ ਜਾਂਦੇ ਨੇ ਸਾਰੇ ਕੇਸ, ਜਿੰਨੀ ਕੁ ਸਾਡੇ ਕੋਲ ਇਕੱਠੀ ਰਲ ਮਿਲਾ ਕੇ ਹੋਈ ਆ। ਵੱਖ-ਵੱਖ ਕਹਿ ਕੇ ਥੋੜ੍ਹੇ ਲੱਗਦੇ ਨੇ ਪਰ 400 ਤੋਂ ਉੱਤੇ ਹੋ ਜਾਂਦੇ ਨੇ ਸਾਰੇ ਮਿਲਾ ਕੇ। ਇਕੱਲੇ ਪੰਜਾਬ ਦੀ ਗੱਲ ਨਹੀਂ ਮੈਂ ਕਰ ਰਿਹਾ, ਵਿੱਚੇ ਰਾਜਸਥਾਨ ਦੇ, ਵਿੱਚੇ ਹਰਿਆਣੇ ਦੇ, ਵਿੱਚੇ ਯੂਪੀ ਦੇ, ਸਾਰਿਆਂ ਦੇ ਮਿਲਾ ਕੇ ਇਹ ਗੱਲ ਕਰ ਰਿਹਾ। ਵਿੱਚੇ ਉੱਤਰਾਖੰਡ ਵਾਲੇ ਵੀ ਕੁਛ, ਉਹਨਾਂ 'ਤੇ ਵੀ ਇਹ ਕੇਸ ਦਰਜ ਹੋਏ ਨੇ। ਸੋ ਇਹਨਾਂ ਸਾਰਿਆਂ ਬਾਰੇ, ਬਜਟ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਖਿਆ ਕਿ ਕਿਸਾਨਾਂ ਦੇ ਨਾਲ ਇੱਕ ਤਰ੍ਹਾਂ ਦਾ ਧਰੋਹ ਹੈ ਇਹ ਬਜਟ, ਇਹ 'ਚ ਆਮ ਲੋਕਾਂ ਲਈ ਕੁਛ ਨਹੀਂ, ਇਹਦੇ ਵਿੱਚ ਤਾਂ ਕਾਰਪੋਰੇਟ ਘਰਾਣਿਆਂ ਲਈ ਹੈ, ਵਪਾਰੀਆਂ ਲਈ ਹੈ। ਤੇ ਕਿਸਾਨਾਂ ਦੇ ਮੋਰਚੇ ਨਾਲ ਜਦੋਂ ਸਰਕਾਰ ਸਖਤੀ ਕਰ ਰਹੀ ਹੈ, ਜਦੋਂ ਸਰਕਾਰ ਕਿਸੇ ਗੱਲ ਕਰਨ ਦੇ ਰੌਂਚ ਨਹੀਂ ਦਿਸ ਰਹੀ, ਜਦੋਂ ਕਿਸਾਨ ਦਾ ਇਕੱਲੇ ਟਵਿੱਟਰ ਹੀ ਨਹੀਂ ਬੰਦ ਕੀਤੇ ਜਾ ਰਿਹਾ, ਉਹਨਾਂ ਦੇ ਅਕਾਊਂਟਾਂ ਤੱਕ ਨੂੰ ਵੀ ਬੰਦ ਕੀਤਾ ਜਾ ਰਿਹਾ, ਉਹਨਾਂ ਦੀ ਜਿਹੜੀ ਮਦਦ ਕਰ ਰਹੇ ਉਹਨਾਂ ਨੂੰ ਵੀ ਬੰਦ ਕੀਤਾ ਜਾ ਰਿਹਾ, ਉਹਨਾਂ ਦੇ ਮੂਹਰੇ ਜਦੋਂ 12-12 ਪਰਤਾਂ ਦੇ ਬੈਰੀਕੇਡ ਲਾਏ ਜਾ ਰਹੇ ਨੇ, ਜਦੋਂ ਉਹਨਾਂ ਦਾ ਪਾਣੀ ਬੰਦ ਕੀਤਾ ਜਾ ਰਿਹਾ, ਜਦੋਂ ਉਹਨਾਂ ਦੀ ਬਿਜਲੀ ਬੰਦ ਕੀਤੀ ਜਾ ਰਹੀ ਹੈ, ਤਾਂ ਸਖਤੀ ਇੱਥੋਂ ਤੱਕ ਹੈ ਕਿ ਪਾਣੀ ਲੈ ਕੇ ਦਿੱਲੀ ਸਰਕਾਰ ਵੱਲੋਂ, ਕਿਉਂਕਿ ਦਿੱਲੀ ਸਰਕਾਰ ਦੇ ਇਲਾਕੇ ਵਿੱਚ ਆਉਂਦਾ ਹੈ, ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕੇਜਰੀਵਾਲ ਮੁੱਖ ਮੰਤਰੀ ਹੈ, ਉਹਦੇ ਆਦੇਸ਼ ਦੇ ਮੁਤਾਬਕ ਜਦੋਂ ਆਮ ਆਦਮੀ ਪਾਰਟੀ ਵਾਲੇ ਕੁਛ ਪਾਣੀ ਲੈ ਕੇ ਉੱਥੇ ਪਹੁੰਚਦੇ ਨੇ, ਦਿੱਲੀ ਦਾ ਮਿਨਿਸਟਰ ਪਾਣੀ ਲੈ ਕੇ ਪਹੁੰਚਦਾ ਹੈ, ਪਾਣੀ ਦੇ ਟੈਂਕਰ ਲੈ ਕੇ ਪਹੁੰਚਦਾ, ਕਿ ਪਾਣੀ ਤੋਂ ਬਿਨਾਂ ਤਾਂ ਨਹੀਂ ਮਾਰਿਆ ਜਾ ਸਕਦਾ ਕਿਸੇ ਨੂੰ। ਲੰਗਰ ਤੱਕ ਬੰਦ ਕਰਨ ਦੀ ਜਦੋਂ ਗੱਲਾਂ ਹੋ ਰਹੀਆਂ, ਪਾਣੀ ਤੋਂ ਬਣਾਉਣਾ ਲੰਗਰ ਬਣੇਗਾ, ਜਿੰਦਾ ਨਹੀਂ ਦੱਸ ਸਕਦਾ। ਰੋਟੀ ਬਿੜੂ ਤਾਂ ਬੰਦਾ ਕੱਢ ਸਕਦਾ 2-4 ਦਿਨ, 10 ਦਿਨ ਵੀ ਕੱਢ ਸਕਦਾ ਹੈ, ਪਰ ਪਾਣੀ ਬਿਨਾਂ ਕਿੰਨੇ ਦਿਨ ਕੱਢੇਗਾ? ਉਸੇ ਪਾਣੀ ਦੀ ਦੁਹਾਈ ਰਾਕੇਸ਼ ਟਿਕੈਤ ਨੇ ਦਿੱਤੀ ਸੀ ਕਿ ਪਾਣੀ ਤੱਕ ਬੰਦ ਕਰ ਦਿੱਤਾ ਗਿਆ। ਸਾਨੂੰ ਪਾਣੀ ਵੀ ਪਿੰਡਾਂ ਤੋਂ ਚੱਕ ਕੇ ਲਿਆਉਣਾ ਪਵੇਗਾ, ਤਾਂ ਉਹਨੇ ਕਿਹਾ ਸੀ ਪਿੰਡੋਂ ਪਾਣੀ ਆਵੇਗਾ ਤਾਂ ਹੀ ਪੀਵਾਂਗਾ ਮੈਂ। ਪਰ ਦਿੱਲੀ ਸਰਕਾਰ ਨੇ, ਆਮ ਆਦਮੀ ਪਾਰਟੀ ਸਰਕਾਰ ਨੂੰ ਪਾਣੀ ਦੇ ਟੈਂਕਰ ਭੇਜੇ ਤੇ ਸਿੰਘੂ ਕੁੰਡਲੀ ਬਾਰਡਰ ਵੱਲ ਆਉਂਦੇ, ਗਾਜੀਪੁਰ ਬਾਰਡਰ ਵੱਲ ਜਾਂਦੇ ਪਾਣੀ ਦੇ ਟੈਂਕ ਵੀ ਪੁਲਿਸ ਨੇ ਡੱਕ ਲੈ। ਬਹਿਸ ਹੋ ਰਹੀ ਹੈ ਕਿ ਪਾਣੀ ਕਿਉਂ ਡੱਕਿਆ ਜਾ ਰਿਹਾ? ਉਹ ਕਹਿੰਦਾ ਸਾਨੂੰ ਹੁਕਮ ਹੈ ਪੁਲਿਸ ਵਾਲਾ ਕਹਿੰਦਾ। ਤੇ ਅੱਗੋਂ ਕਿਹਾ ਜਾ ਰਿਹਾ ਜਿਹੜੇ ਪਾਣੀ ਲੈ ਕੇ ਆਏ ਨੇ ਕਿ ਜਿਨ੍ਹਾਂ ਦੀ ਦਿੱਤੀ ਰੋਟੀ ਖਾਂਦੇ ਹੋ, ਜਿਹੜੇ ਤੁਹਾਡੇ ਦੀ ਰੋਟੀ ਲਈ ਪਕਾਉਂਦੇ, ਜਿਹੜੇ ਤੁਹਾਡੀ ਅੰਨ ਉਗਾਉਂਦੇ ਨੇ, ਜਿਨ੍ਹਾਂ ਦੇ ਕਰਕੇ ਤੁਹਾਡੀ ਥਾਲੀ 'ਚ ਰੋਟੀ ਹੈ, ਤੁਸੀਂ ਉਹਨਾਂ ਦਾ ਪਾਣੀ ਬੰਦ ਕਰ ਰਹੇ ਹੋ। ਉਹ ਕਹਿੰਦਾ ਜੇ ਮੈਂ ਪਾਣੀ ਜਾਣ ਦਿੱਤਾ ਤੇ ਮੇਰੀ ਅੱਜੇ ਹੀ ਰੋਟੀ ਮੇਰੇ ਪੁੱਤਰਾਂ ਦੀ, ਮੇਰੇ ਬੱਚਿਆਂ ਦੀ ਥਾਲੀ 'ਚ ਨਹੀਂ ਰਹੇ। ਸਰਕਾਰ ਦਾ ਹੁਕਮ ਸਖਤ ਹੈ। ਸੋ ਇੰਨੀ ਸਖਤੀ, ਜਿਹੜਾ ਮੁੱਢਲਾ ਅਧਿਕਾਰ ਹੈ ਰੋਟੀ ਪਾਣੀ ਦਾ, ਮੁੱਢਲਾ ਅਧਿਕਾਰ ਹੈ ਤੁਸੀਂ ਆਪਣੀ ਜਾਣਕਾਰੀ ਕਿਸੇ ਨਾਲ ਸਾਂਝੀ ਕਰਨੀ, ਮੁੱਢਲਾ ਅਧਿਕਾਰ ਹੈ ਤੁਹਾਡੀ ਸੁਰੱਖਿਆ, ਜਦੋਂ ਉਹ ਰੋਕੇ ਜਾ ਰਹੇ ਨੇ ਤੇ ਉਹਨਾਂ ਦੀ ਰੋਕਾਂ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ
ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆਂ ਪੰਜਾਬ ਦੇ ਵਿੱਚ ਸਾਰੀ ਸਰਬ ਪਾਰਟੀ ਮੀਟਿੰਗ ਬੁਲਾਈ ਹੈ ਕਿ ਕਿਸਾਨਾਂ ਦੇ ਮਸਲੇ 'ਚ ਅਸੀਂ ਕੀ ਕਰ ਸਕਦੇ ਹਾਂ ਜਦੋਂ ਇੰਨਾ ਤਸ਼ੱਦਦ ਹੋ ਰਿਹਾ, ਜਦੋਂ ਇੰਨਾ ਜ਼ੁਲਮ ਹੋ ਰਿਹਾ। ਸਰਬ ਪਾਰਟੀ ਮੀਟਿੰਗ ਬੁਲਾਈ ਹੈ ਕਿਸਾਨਾਂ ਦੇ ਬਾਰੇ ਗੱਲ ਕਰਨ ਦੇ ਲਈ। ਬਾਕੀ ਪਾਰਟੀਆਂ ਆਪੋ ਆਪਣੇ ਥਾਂ ਤੇ ਨੇ, ਇਲੈਕਸ਼ਨਾਂ ਆਪੋ ਆਪਣੇ ਥਾਂ ਤੇ ਲੜਨੀਆਂ ਨੇ, ਇੱਕ ਦੂਜੇ ਵਿਰੋਧ ਨਾ ਕਰਨਾ, ਆਪੋ ਆਪਣੀ ਥਾਂ ਤੇ ਕਰਨਾ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੇ ਸਰਬ ਪਾਰਟੀ ਮੀਟਿੰਗ ਬੁਲਾ ਲਈ ਹੈ ਔਰ ਉਹਦੀ ਮੀਟਿੰਗ ਦੇ ਬਾਕੀਆਂ ਤਾਂ ਸਾਰਿਆਂ ਨੇ, ਬੇਸ਼ੱਕ ਆਮ ਆਦਮੀ ਪਾਰਟੀ ਹੈ, ਬੇਸ਼ੱਕ ਸ਼੍ਰੋਮਣੀ ਅਕਾਲੀ ਦਲ, ਵੱਡੀਆਂ ਪਾਰਟੀਆਂ, ਕਾਂਗਰਸ ਤੋਂ ਬਾਅਦ ਇਹੀ ਦੋਨਾਂ ਨੇ, CPM CPI, ਬਾਕੀ ਛੋਟੀਆਂ ਪਾਰਟੀਆਂ ਨੇ, ਸਾਰੀਆਂ ਨੇ ਤਕਰੀਬਨ ਉਹਦੇ ਨਾਲ ਸਹਿਮਤੀ ਪ੍ਰਗਟਾਈ ਹੈ। ਪਰ ਭਾਰਤੀ ਜਨਤਾ ਪਾਰਟੀ ਨੇ, ਉਹਨਾਂ ਦੇ ਇੱਕ ਆਗੂ ਨੇ ਜਾਨੀ ਜੀ, ਸੁਰਜੀਤ ਸਿੰਘ ਜਾਨੀ ਜੀ, ਜਿਹੜੇ ਸਾਬਕਾ ਮਿਨਿਸਟਰ ਨੇ, ਉਹਨਾਂ ਕਿਹਾ ਸੀ ਇਸ ਮਸਲੇ 'ਤੇ ਤਾਂ ਮੀਟਿੰਗ ਬੁਲਾਉਣ ਦੀ ਲੋੜ ਨਹੀਂ ਸੀ। ਕੈਪਟਨ ਜੀ ਕਿਸਾਨਾਂ ਦੇ ਨਾਂ 'ਤੇ ਸਿਆਸਤ ਕਰ ਰਹੇ ਨੇ। ਤੇ ਜੇ ਕਿਸਾਨ ਆਗੂ ਆਖਦੇ ਨੇ ਜੇ ਕੈਪਟਨ ਜੀ ਸਿਆਸਤ ਕਰ ਰਹੇ ਨੇ ਤਾਂ ਸੁਰਜੀਤ ਸਿੰਘ ਜਾਨੀ ਜੀ ਕਰ ਰਹੇ ਨੇ, ਉਹ ਵੀ ਤਾਂ ਸਿਆਸਤ ਹੀ ਕਰ ਰਹੇ ਨੇ ਨਾ। ਜਿਹੜਾ ਸਿਆਸੀ ਆਗੂ ਹੈ ਸਿਆਸਤ ਹੀ ਕਰੇਗਾ, ਜਿਹੜਾ ਮੁੱਖ ਮੰਤਰੀ ਉਹ ਸਿਆਸਤ ਕਰੇਗਾ ਹੀ ਕਰੇਗਾ। ਪਰ ਸਿਆਸਤ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਲੋਕ ਮਾਰੂ ਹੁੰਦੀ ਹੈ, ਇੱਕ ਲੋਕ ਪੱਖੀ ਹੁੰਦੀ ਹੈ। ਲੋਕਾਂ ਨੇ ਇਹ ਦੇਖਣਾ ਹੁੰਦਾ ਹੈ ਕਿ ਲੋਕ ਪੱਖੀ ਕੌਣ ਹੈ ਤੇ ਲੋਕ ਮਾਰੂ ਕੌਣ ਹੈ। ਸੋ ਇਹ ਅੱਜ ਦੀ ਸਾਰੀ ਜਿਹੜੀ ਗੱਲ ਚੱਲ ਰਹੀ ਸੀ ਔਰ ਸਾਰਿਆਂ ਦੇ ਵਿੱਚੋਂ ਇੱਕ ਗੱਲ ਉੱਠੀ, ਸਾਰੇ ਜੋ ਹਾਲਾਤ ਬਣੇ ਨੇ ਕਿ ਮੋਰਚਾ ਲੰਮਾ ਚੱਲੇਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਮੋਰਚਾ ਛੇਤੀ ਕੀਤੇ ਸਰਕਾਰ ਕਾਨੂੰਨ ਵਾਪਸ ਨਹੀਂ ਕਰੇਗੀ, ਇਹ ਵੀ ਗੱਲ ਸਪਸ਼ਟ ਹੋ ਗਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸਰਕਾਰ ਲੰਮੇ ਮੋਰਚੇ ਦੀਆਂ ਤਿਆਰੀਆਂ ਕਰ ਰਹੀ, ਬੈਠੇ ਰਹਿਣ, ਕੋਈ ਗੱਲ ਨਹੀਂ। 26 ਜਨਵਰੀ ਤੱਕ ਸੀ ਡਰ, ਇੱਕ ਲੰਘਣੀ ਲੰਘ ਗਈ। ਬਜਟ ਤੱਕ ਦਾ ਡਰ ਸੀ, ਬਜਟ ਸੈਸ਼ਨ ਦਾ ਡਰ ਸੀ, ਲੰਘਣਾ ਲੰਘ ਗਿਆ। ਪਰ ਇਸ ਸੈਸ਼ਨ ਦੇ ਦੌਰਾਨ ਹੀ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ, ਜਿਹੜੀਆਂ ਪੰਜਾਬ ਵਾਲੀ ਜਥੇਬੰਦੀਆਂ ਉਹਨਾਂ ਨੇ ਫੈਸਲਾ ਕੀਤਾ ਹੈ। ਪਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਦੇ ਵਿੱਚ ਪੂਰੇ ਦੇਸ਼ ਦੀਆਂ ਪੂਰੇ ਭਾਰਤ ਦੀਆਂ ਜਥੇਬੰਦੀਆਂ ਆਉਂਦੀਆਂ ਨੇ। ਉਹਨਾਂ ਕਿਹਾ ਅਸੀਂ ਆਪਣੇ ਤੌਰ ਤੇ ਫੈਸਲਾ ਕਰ ਲਿਆ ਕਿ 6 ਫਰਵਰੀ ਨੂੰ ਕੁਛ ਨਾ ਕੁਛ ਕੀਤਾ ਜਾਵੇਗਾ, ਬਜਟ ਸੈਸ਼ਨ ਦੇ ਦੌਰਾਨ ਹੀ ਕੁਛ ਨਾ ਕੁਛ ਕੀਤਾ ਜਾਵੇਗਾ, ਕੋਈ ਪ੍ਰੋਗਰਾਮ ਦਿੱਤਾ ਜਾਵੇਗਾ, ਭਾਵੇਂ ਬੇਸ਼ੱਕ ਪਾਰਲੀਮੈਂਟ ਵੱਲ ਤੁਰੀਏ ਆਪਣੀ ਹੋਂਦ ਦਿਖਾਉਣ ਦੇ ਲਈ। ਸ਼ਾਇਦ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਹੀ ਵੱਡੀ ਬੈਰੀਕੇਡ ਕੀਤੀ ਜਾ ਰਹੀ ਹੋਵੇ। ਪਰ ਕੀ ਕੀਤਾ ਇਹਦਾ ਫੈਸਲਾ ਜਿਹੜਾ ਹੈ ਕਿਵੇਂ ਕੀਤਾ ਜਾਣਾ ਹੈ, ਕੀ ਕੀਤਾ ਜਾਵੇਗਾ 6 ਫਰਵਰੀ ਨੂੰ ਕੁਛ ਨਾ ਕੁਛ। ਪਰ ਕੀ ਕੀਤਾ ਜਾਣਾ ਹੈ, ਕਿਵੇਂ ਕੀਤਾ ਜਾਣਾ ਹੈ, ਕਦੋਂ ਕੀਤਾ ਜਾਣਾ ਹੈ, ਕੀ ਐਕਸ਼ਨ ਪਲਾਨ ਹੋਏਗਾ, ਇਹ ਇਕੱਲੀਆਂ ਪੰਜਾਬ ਦੀਆਂ ਜਥੇਬੰਦੀਆਂ ਨਹੀਂ, ਸੰਯੁਕਤ ਕਿਸਾਨ ਮੋਰਚਾ ਇਕੱਠਾ ਹੋ ਕੇ ਭਾਰਤ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਕਰਨਗੀਆਂ। ਪਰ ਜਦੋਂ ਸਿਆਸੀ ਮਾਹਰਾਂ ਤੋਂ ਪੁੱਛਦੇ ਆ ਨਾ, ਜਦੋਂ ਇਹੋ ਜਿਹੀ ਹਾਲਾਤ ਹੈ, ਜਦੋਂ ਜੇ ਸਰਕਾਰ ਚਾਹੇ ਤੇ ਇਹਨਾਂ ਨੂੰ ਤੁਰਨ ਵੀ ਨਾ ਦੇਵੇ, ਐਡੇ ਐਡੇ ਬੈਰੀਕੇਡ ਹੋ ਗਏ ਨੇ। ਜਦੋਂ ਸਰਕਾਰ ਚਾਹੇ ਤਾਂ ਆਪਸ ਦੇ ਵਿੱਚ ਉਲਝਾ ਕੇ ਰੱਖ ਦੇਵੇ, ਕਿਉਂਕਿ ਕਿਹਾ ਜਾਂਦਾ ਕਿਸਾਨ, ਪੰਜਾਬ ਦੇ ਕਿਸਾਨ ਜਿਨ੍ਹਾਂ ਨੇ ਮੋਰਚਾ ਸਾਰਾ ਛੇੜਿਆ ਸੀਗਾ, ਉਹ ਇੱਕ ਤਰ੍ਹਾਂ ਦੇ ਦੋ ਤਰ੍ਹਾਂ ਬਣ ਗਏ ਨੇ, ਇੱਕ ਬੰਦੇਰ ਪੰਨੂ ਵਾਲੀ ਯੂਨੀਅਨ ਤੇ ਬਾਕੀ ਸੰਯੁਕਤ ਕਿਸਾਨ ਮੋਰਚੇ ਦੇ ਨਾਲ। ਇਹਨਾਂ 'ਚੋਂ ਇੱਕ ਨੌਜਵਾਨਾਂ ਦੀ ਤਾਕਤ ਵੀ ਨਿਕਲੀ ਹੈ, ਲੱਖਾ ਸਿਧਾਣਾ, ਦੀਪ ਸਿੱਧੂ, ਸਾਰੇ ਉਹ ਇੱਕ ਵੱਖਰੇ ਗਏ ਨੇ। ਉਹਨਾਂ ਨੂੰ ਜਿਨ੍ਹਾਂ ਨੂੰ ਵੱਖਰੇ ਕਰ ਦਿੱਤਾ ਗਿਆ, ਉਹਨਾਂ ਦੇ ਨਾਲ ਵੀ ਇੱਕ ਵੱਡਾ ਹਿੱਸਾ ਹੈ। ਤੇ ਜਦੋਂ ਸਿਆਣੇ ਕਹਿੰਦੇ ਨੇ ਜਦੋਂ ਚੁੱਲ੍ਹੇ ਵੱਖਰੇ ਹੋ ਜਾਂਦੇ ਸ਼ਾਨ ਨਾ ਰਹਿੰਦੀ ਵਿਹੜੇ ਦੀ। ਸਿੰਘੂ ਕੁੰਡਲੀ ਬਾਰਡਰ ਦੀ ਬੇਸ਼ੱਕ ਦੋਨੇ ਮੋਰਚੇ ਤੇ ਲੋਕੀ ਪਹੁੰਚ ਗਏ ਨੇ, ਲੋਕਾਂ ਨੇ ਦਰਦ ਦਿਖਾਇਆ ਹੈ ਕਿ ਤੁਹਾਡੇ ਤੇ ਹਮਲੇ ਹੁੰਦੇ ਨੇ ਅਸੀਂ ਪਹੁੰਚਾਂਗੇ, ਅਜੇ ਵੀ ਪਹੁੰਚ ਰਹੇ ਨੇ, ਹਰਿਆਣੇ ਵਾਲੇ ਵੀ ਪਹੁੰਚ ਰਹੇ ਨੇ, ਦੋਨੇ ਬੰਨੇ ਪਹੁੰਚ ਰਹੇ ਨੇ, ਗਿਣਤੀ ਵੱਧ ਰਹੀ ਹੈ। ਪਰ ਗੱਲ ਉਹ ਵੀ ਸੱਚ ਹੈ ਕਿ ਜਦੋਂ ਚੁੱਲ੍ਹੇ ਵੱਖਰੇ ਹੋ ਜਾਂਦੇ ਤੇ ਸਾਂਝ ਨਾ ਰਹਿੰਦੇ ਤਾਂ ਸ਼ਾਨ ਨਾ ਰਹਿੰਦੀ ਵਿਹੜੇ ਦੀ। ਚੁੱਲ੍ਹਿਆਂ ਦੀ ਸਾਂਝ ਹੀ ਵਿਹੜੇ ਦੀ ਸ਼ਾਨ ਹੁੰਦੀ ਹੈ, ਤੇ ਜਦੋਂ ਚੁੱਲ੍ਹੇ ਵੱਖਰੇ ਹੋਏ ਸਟੇਜਾਂ ਦੋ ਲੱਗ ਗਈਆਂ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਚਾਹੀਦਾ ਸੀਗਾ ਯਤਨ ਕਰਦੇ, ਪਰ ਉਹਨਾਂ ਨੇ ਆਖਿਆ ਕੋਈ ਗੱਲ ਨਹੀਂ, ਗਲਤੀ ਹੋ ਗਈ, ਗਲਤੀ ਮੰਨ ਵੀ ਲਾਂਗੇ, ਸਾਨੂੰ ਵਰਤ ਗਏ, ਪਰ ਨਹੀਂ ਗੱਲ ਬਣੀ ਕੋਈ ਵੀ। ਔਰ ਜਦੋਂ ਚੁੱਲ੍ਹੇ ਵੱਖਰੇ ਹੋ ਜਾਂਦੇ ਨਾ, ਵਿਹੜੇ ਦੀ ਸ਼ਾਨ ਨਹੀਂ ਰਹਿੰਦੀ, ਸ਼ਾਨ ਥੋੜ੍ਹੀ ਡਿੱਗੀ ਹੈ ਪੰਜਾਬ ਵਾਲੇ ਬੰਨਿਆਂ ਦੀ। ਨੌਜਵਾਨ ਪਿੱਛੇ ਹਟਿਆ, ਕੁਛ ਦਿਲ ਨੂੰ ਠੇਸ ਵੱਜੀ ਹੈ, ਆਪਸ ਵਿੱਚ ਉਹਦੇ ਕੁਝ ਗੱਲ ਹੋਈ ਹੈ। ਤੇ ਜਦੋਂ ਇਹੋ ਜਿਹੇ ਹਾਲਾਤ ਹੋਣ ਤਾਂ ਕੀ ਕਰਨਾ ਚਾਹੀਦਾ? ਸਿਆਸੀ ਮਾਰ ਕਹਿੰਦੇ ਨੇ ਇੱਕੋ ਹੀ ਤਰੀਕਾ ਬਾਕੀ ਹੁਣ ਰਹਿ ਗਿਆ। ਅੱਜ ਤੱਕ ਕਿਸਾਨ ਜਥੇਬੰਦੀਆਂ ਨੇ ਦੁਹਾਈ ਦਿੱਤੀ, ਖਾਸ ਕਰਕੇ ਪੰਜਾਬ ਦੀਆਂ ਜਥੇਬੰਦੀਆਂ ਨੇ, ਕਿ ਅਸੀਂ ਸਿਆਸੀ ਜਥੇਬੰਦੀਆਂ ਨੂੰ ਨੇੜੇ ਨਹੀਂ ਲੱਗਣ ਦੇਣਾ, ਸਿਆਸੀ ਜਥੇਬੰਦੀਆਂ ਨੂੰ ਕੋਈ ਕੰਮ ਨਹੀਂ ਕਰਨ ਦੇਣਾ, ਉਹਨਾਂ ਨੂੰ ਆਪਣੇ ਨੇੜੇ ਨਹੀਂ ਬੈਠਣ ਦੇਣਾ। ਉਹਦੇ ਪਿੱਛੇ ਵੀ ਇੱਕ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਪੰਜਾਬ ਦੀਆਂ ਜਥੇਬੰਦੀਆਂ ਸਨ, ਉਹ ਖੱਬੇ ਪੱਖੀ ਜਥੇਬੰਦੀਆਂ, ਖਾਸ ਕਰਕੇ ਉਹਨਾਂ ਦਾ ਸੀ ਕਿ ਅਸੀਂ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਸਰਕਾਰਾਂ ਬਣਾਉਣ ਵਾਲੀਆਂ ਨੇ, ਜਿਨ੍ਹਾਂ ਦੀ ਲੋਕਾਂ ਦੇ ਵਿੱਚ ਪੈਂਠ ਹੈ, ਬੇਸ਼ੱਕ ਉਹ ਕਾਂਗਰਸ ਹੈ, ਬੇਸ਼ੱਕ ਉਹ ਅਕਾਲੀ ਦਲ ਹੈ, ਬੇਸ਼ੱਕ ਉਹ ਆਮ ਆਦਮੀ ਪਾਰਟੀ ਹੈ, ਇਹਨਾਂ ਨੂੰ ਪਿੱਛੇ ਰੱਖ ਕੇ ਅਸੀਂ ਲੋਕਾਂ 'ਚ ਆਪਣਾ
65 ਕਾਇਮ ਕਰਾਂਗੇ, ਆਪਣਾ ਆਧਾਰ ਕਾਇਮ ਕਰਾਂਗੇ। ਹੈ ਸਵਾਰਥੀ ਸੀ, ਬਾਕੀ ਕੋਈ ਬਹੁਤ ਵੱਡੀ ਗੱਲ ਨਹੀਂ ਸੀ। ਹਾਲੇ ਕਿ ਮਦਦ ਉਹਨਾਂ ਵੱਲੋਂ ਆ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਜਾ ਰਿਹਾ ਹੈ, ਪੰਜਾਬ ਸਰਕਾਰ ਵੱਲੋਂ, ਕਾਂਗਰਸ ਸਰਕਾਰ ਵੱਲੋਂ ਇੱਕ ਵੀ ਕਿਸੇ ਕਿਸਾਨ ਤੇ ਕੇਸ ਨਹੀਂ ਦਰਜ ਕੀਤਾ ਗਿਆ, ਇਹਨਾਂ ਨੂੰ ਲੈਣਾ ਤੇ ਬੈਠਣ ਦਿੱਤਾ ਗਿਆ, ਇਹਨਾਂ ਨੂੰ ਟਰਾਲੀਆਂ ਟਰੈਕਟਰਾਂ ਦੇ ਤੇਲ ਤੱਕ ਪਵਾ ਕੇ ਦਿੱਤੇ ਗਏ। ਇਸ ਗੱਲ ਦੇ ਸਬੂਤ ਮਿਲਦੇ ਨੇ ਕਿਸਾਨ ਕਾਂਗਰਸ ਦੇ ਆਗੂਆਂ ਵੱਲੋਂ ਵੀ, ਅਕਾਲੀ ਦਲ ਦੇ ਆਗੂਆਂ ਵੱਲੋਂ ਵੀ। ਅਕਾਲੀ ਦਲ ਦੇ ਪਾਰਟੀ ਤੌਰ ਤੇ ਨਹੀਂ ਬੇਸ਼ੱਕ, ਪਰ ਆਗੂਆਂ ਤੌਰ ਤੇ ਫੈਸਲੇ ਕੀਤੇ ਗਏ ਔਰ ਇਹਦੇ ਸਬੂਤ ਮਿਲਦੇ ਨੇ। ਸੈਂਟਰ ਸਰਕਾਰ ਵੀ ਇਹ ਗੱਲ ਕਹਿੰਦੀ ਕਿ ਸਾਡੇ ਕੋਲ ਸਬੂਤ ਨੇ, ਪਰ ਇਹਦੇ ਸਬੂਤ ਮਿਲਦੇ ਨੇ। ਕਿਸਾਨ ਉਹ ਕਹਿੰਦੇ ਨੇ ਅਸੀਂ ਕਿਸਾਨ ਦੇ ਤੌਰ ਤੇ ਕਰ ਰਹੇ ਹਾਂ, ਤੇ ਕਿਸਾਨ ਦੇ ਤੌਰ ਤੇ ਕਰਨ ਤੇ ਇਹਨਾਂ ਜਥੇਬੰਦੀਆਂ ਡੱਕਣੀ। ਜੇ ਉਹਨਾਂ ਦੇ ਆਗੂਆਂ ਦੀ ਕੀਤੀ ਹੋਈ ਮਦਦ ਪ੍ਰਵਾਨ ਹੈ, ਉਹਨਾਂ ਦਾ ਦਿੱਤਾ ਹੋਇਆ ਤੇਲ ਪ੍ਰਵਾਨ ਹੈ, ਉਹਨਾਂ ਦੇ ਦਿੱਤੇ ਹੋਏ ਟਰੈਕਟਰ ਪ੍ਰਵਾਨ ਨੇ, ਉਹਨਾਂ ਦੇ ਦਿੱਤੀਆਂ ਹੋਈਆਂ ਟਰਾਲੀਆਂ ਪ੍ਰਵਾਨ ਨੇ, ਬੇਸ਼ੱਕ ਆਮ ਆਦਮੀ ਪਾਰਟੀ ਦੇ ਲੋਕ ਨੇ, ਤਿੰਨਾਂ ਦੇ ਪ੍ਰਵਾਨ ਨੇ, ਤੇ ਉਹਨਾਂ ਦਾ ਆਗੂ ਕਿਉਂ ਨਹੀਂ ਪ੍ਰਵਾਨ? ਉਹਦੀ ਗੱਲ ਕਿਉਂ ਨਹੀਂ ਸੁਣਨੀ? ਉਹਦਾ ਕੇਡਰ ਪ੍ਰਵਾਨ ਹੈ ਤੇ ਉਹਦਾ ਆਗੂ ਕਿਉਂ ਨਹੀਂ ਪ੍ਰਵਾਨ? ਇਹ ਗੱਲ ਪਹਿਲਾਂ ਗੁਰਨਾਮ ਸਿੰਘ ਝਡੂਨੀ ਨੇ ਛੇੜੀ ਸੀ, ਉਹਨੇ ਮੀਟਿੰਗ ਵੀ ਕੀਤੀ ਸੀ, ਪਰ ਉਹਨੂੰ ਵੀ ਜਦੋਂ ਵਿੱਚੋਂ ਸੰਯੁਕਤ ਮੋਰਚੇ 'ਚੋਂ ਕੱਢ ਦੇਣ ਦੀ ਧਮਕੀ ਦੇ ਦਿੱਤੀ ਗਈ, ਉਹਦੇ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਭਾਈ, ਮੈਂ ਅੱਗੇ ਤੋਂ ਨਹੀਂ ਜਾਂਦਾ, ਪਰ ਤੁਹਾਡਾ ਸਿਆਸੀ ਜਥੇਬੰਦੀਆਂ ਬਣਿਆ ਗੁਜ਼ਾਰਾ ਨਹੀਂ ਹੋਣਾ। ਪੂਰੇ ਭਾਰਤ ਦੀ ਆਵਾਜ਼ ਇਕੱਠੀ ਕਰੇ ਤੋਂ ਬਿਨਾਂ ਇਲੈਕਸ਼ਨ ਸਿਆਸੀ ਜਥੇਬੰਦੀਆਂ ਨੂੰ ਲੜਨੀਆਂ ਨੇ। ਸਿਆਸੀ ਜਥੇਬੰਦੀਆਂ ਨੂੰ ਟੱਕਰ ਸਿਆਸੀ ਜਥੇਬੰਦੀ ਦੇ ਸਕਦੀ ਹੁੰਦੀ ਹੈ, ਜਿੱਦਾਂ ਫੌਜ ਦੇ ਨਾਲ ਸਿਰਫ ਫੌਜ ਹੀ ਲੜ ਸਕਦੀ ਹੈ, ਦੂਜਾ ਕੋਈ ਨਹੀਂ ਲੜ ਸਕਦਾ। ਉਹਦਾ ਸਿਆਸੀ ਜਥੇਬੰਦੀਆਂ ਦਾ ਮੁਕਾਬਲਾ ਸਿਰਫ ਸਿਆਸੀ ਜਥੇਬੰਦੀਆਂ ਹੀ ਕਰ ਸਕਦੀਆਂ ਨੇ। ਵੋਟ ਦਾ ਡਰ ਤਾਂ ਹੀ ਪੈਦਾ ਹੋਵੇਗਾ ਭਾਜਪਾ ਨੂੰ ਜੇ ਮੁਕਾਬਲੇ ਸਿਆਸੀ ਜਥੇਬੰਦੀਆਂ ਮੋਰਚਾ ਖੋਲ੍ਹ ਕੇ ਖੜੀਆਂ ਹੋਣਗੀਆਂ। ਸਾਨੂੰ ਨਾ ਤਾਲਮੇਲ ਕਾਇਮ ਕਰਨਾ ਚਾਹੀਦਾ। ਗੁਰਨਾਮ ਸਿੰਘ ਝਡੂਨੀ ਨੇ ਗੱਲ ਇਹ ਕਹੀ ਸੀ, ਪਰ ਉਦੋਂ ਗੱਲ ਆਈ ਗਈ ਹੋ ਗਈ ਜਦੋਂ ਰਾਕੇਸ਼ ਟਕੈਤ ਦੇ ਉੱਤੇ ਭਾਰੀ ਪਈ। ਉਹਨੇ ਜਦੋਂ ਆਵਾਜ਼ ਮਾਰੀ ਤਾਂ ਫਿਰ ਯੂਪੀ ਦੀਆਂ ਜਥੇਬੰਦੀਆਂ ਜਿਹੜੀਆਂ ਵਿਰੋਧੀ ਜਥੇਬੰਦੀਆਂ ਉੱਠ ਕੇ ਖੜੀਆਂ ਹੋ ਗਈਆਂ। ਜੀਤ ਸਿੰਘ ਨੇ ਪਹਿਲਾਂ ਸਭ ਤੋਂ ਉਹਦੇ ਨਾਲ ਰਾਬਤਾ ਕੀਤਾ, ਮੁਲਾਇਮ ਸਿੰਘ ਯਾਦਵ ਨੇ ਕੀਤਾ, ਕਾਂਗਰਸੀ ਆਗੂਆਂ ਨੇ ਕੀਤਾ, ਰਾਹੁਲ ਗਾਂਧੀ ਤੱਕ ਮਿਲਣ ਗਿਆ, ਕਿਉਂਕਿ ਜਿਹੜਾ ਰਾਕੇਸ਼ ਟਕੈਤ ਉਹਦੇ ਪਿਤਾ ਦਾ ਬਹੁਤ ਵੱਡਾ ਨਾਂ ਸੀ, ਮਹਿੰਦਰ ਸਿੰਘ ਟਕੈਤ ਦਾ, ਉਹਦੇ ਭਰਾ ਦਾ ਨਰੇਸ਼ ਟਕੈਤ ਦਾ ਬਹੁਤ ਵੱਡਾ ਨਾਂ, ਖਾਨਦਾਨੀ ਗੱਲ ਹੈ ਪਿੱਛੇ ਖੜੀ ਹੋਈ। ਤੇ ਸੁਖਬੀਰ ਬਾਦਲ ਮਿਲਣ ਗਏ, ਮਨਜਿੰਦਰ ਸਿੰਘ ਸਿਰਸਾ ਮਿਲਣ ਗਏ। ਉਹਨੇ ਕੁਛ ਨੂੰ ਸਟੇਜ 'ਤੇ ਵੀ ਬੁਲਾਇਆ, ਕੁਛ ਨਾਲ ਥੱਲੇ ਵੀ ਗੱਲ ਕੀਤੀ, ਕੁਛ ਨਾਲ ਬੈਠ ਕੇ ਵੀ ਗੱਲ ਕੀਤੀ। ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਕਹਿ ਦਿੱਤਾ, ਜਥੇਬੰਦੀਆਂ ਨੇ ਉਹਦੇ ਪਿੱਛੇ ਆਪਣੇ ਲਈ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਜੀ ਉੱਥੇ ਗਏ, ਮਨੀਸ਼ ਸਿਸੋਦੀਆ ਜੀ ਉੱਥੇ ਗਏ, ਸਾਰੀਆਂ ਜਥੇਬੰਦੀਆਂ ਗਈਆਂ, ਯੂਪੀ ਦੀਆਂ ਜਥੇਬੰਦੀਆਂ ਗਈਆਂ, ਦਿੱਲੀ ਦੀਆਂ ਜਥੇਬੰਦੀਆਂ ਗਈਆਂ, ਤੇ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚਾ ਨੇ ਫਿਰ ਕਹਿ ਦਿੱਤਾ, ਉਹਦੇ 'ਚ ਬੈਠੀ ਹੋਈ ਜਿਹੜੀ ਖੱਬੇ ਪੱਖੀਆਂ ਦੀ ਲਾਬੀ ਉਹਨੇ ਫਿਰ ਕਹਿ ਦਿੱਤਾ, ਰਾਕੇਸ਼ ਟਕੈਤ ਜੀ ਸਿਆਸੀ ਬੰਦਿਆਂ ਨੂੰ ਮੂੰਹ ਨਾ ਲਾਓ। ਅੱਜ ਦੀ ਪ੍ਰੈਸ ਕਾਨਫਰੰਸ 'ਚ ਵੀ ਇਹ ਗੱਲ ਕਹੀ ਕਿ ਸਿਆਸੀ ਜਥੇਬੰਦੀਆਂ ਨੂੰ ਨਾ ਖੜੇ ਨਾਲ ਕਰੋ, ਉਹਨਾਂ ਨੂੰ ਨੇੜੇ ਨਾ ਲੱਗਣ ਦਿਓ। ਤੇ ਰਾਕੇਸ਼ ਟਕੈਤ ਜਾਣਦਾ ਹੈ ਕਿ ਜੇ ਸਿਆਸੀ ਜਥੇਬੰਦੀਆਂ ਉਹਦਾ ਸਾਥ ਨਾ ਦਿੰਦੀਆਂ ਤੇ ਉਹਦਾ ਮੋਰਚਾ ਉੱਡਿਆ ਹੋਇਆ ਸੀ। ਜੇ ਸਿਆਸੀ ਜਥੇਬੰਦੀਆਂ 16 ਜਥੇਬੰਦੀਆਂ ਬਜਟ ਸੈਸ਼ਨ ਦਾ ਬਾਈਕਾਟ ਕਰਕੇ ਰਾਸ਼ਟਰਪਤੀ ਦੇ ਭਾਸ਼ਣ ਦਾ ਸਰਬ ਪਾਰਟੀ ਮੀਟਿੰਗ ਦੇ ਵਿੱਚ ਸੰਸਦ ਦੇ ਅੰਦਰ ਪਾਰਲੀਮੈਂਟ ਦੇ ਅੰਦਰ ਸਰਬ ਪਾਰਟੀ ਮੀਟਿੰਗ 'ਚ ਨਰਿੰਦਰ ਮੋਦੀ ਨੂੰ ਨਾ ਕਹਿੰਦੇ ਕਿ ਕਿਸਾਨਾਂ ਦੀ ਗੱਲ ਸੁਣੋ, ਤੇ ਨਰਿੰਦਰ ਮੋਦੀ ਨੇ ਆਪਣੇ ਮੂੰਹ ਤੋਂ ਅੱਜ ਤੱਕ ਇੱਕ ਲਫ਼ਜ਼ ਨਹੀਂ ਸੀ ਬੋਲਿਆ, ਇੱਕ ਲਫ਼ਜ਼ ਨਹੀਂ ਸੀ ਬੋਲਣਾ। ਇਹ ਗੱਲ ਸਿਆਸੀ ਮਾਰ ਜਾਣਦੇ ਨੇ। ਤੇ ਹੋਣਾ ਕੀ ਚਾਹੀਦਾ ਫਿਰ? ਕਿਸਾਨ ਜਥੇਬੰਦੀਆਂ ਨੂੰ ਆਪਣੀ ਹਿੜ ਛੱਡ ਕੇ ਜੇ ਕੁਛ ਗੱਲ ਪਗਾਉਣੀ ਹੈ ਜਾਂ ਆਪਣੀ ਗੱਲ ਕੁਛ ਵਧਾਉਣੀ ਹੈ, ਇੰਨੀਆਂ ਸਖਤੀਆਂ ਹੋਣ ਦੇ ਬਾਵਜੂਦ, ਜਿੱਦਾਂ ਕੱਟ 26 ਜਨਵਰੀ ਨੂੰ ਹੋ ਗਿਆ, ਸ਼ਾਇਦ ਉਦੋਂ ਜ਼ਿਆਦਾ ਤੁਸੀਂ ਨਾ ਕਰ ਸਕੋ। ਜਿੱਦਾਂ ਦਬਾਅ ਤੁਸੀਂ 26 ਜਨਵਰੀ ਨੂੰ ਪਾ ਸਕਦੇ, ਸ਼ਾਇਦ ਉਦੋਂ ਜ਼ਿਆਦਾ ਤੁਸੀਂ ਨਾ ਪਾ ਸਕੋ। ਜੇ ਉਹਦਾ ਇਕੱਠ ਕਰ ਲਿਆ ਤਾਂ ਉਹਨੂੰ ਕਾਬੂ 'ਚ ਕਿੱਦਾਂ ਰੱਖਣਾ ਤੁਹਾਡੇ ਕੋਲੋਂ ਸ਼ਾਇਦ ਉੱਡੀ ਗੱਲ ਵੀ ਨਾ ਹੋਵੇ। ਇਸ ਕਰਕੇ ਸਿਆਸੀ ਮਾਹਰ ਕਹਿੰਦੇ ਨੇ, ਜਿਹੜੀ ਉੱਥੋਂ ਗੱਲ ਪ੍ਰੈਸ ਕਾਨਫਰੰਸ 'ਚ ਵਾਰ-ਵਾਰ ਨਿਕਲ ਕੇ ਆਉਂਦੀ ਆ, ਕਿ ਜਿਹੜੀਆਂ ਹਿੰਦੁਸਤਾਨ ਦੀਆਂ ਸਿਆਸੀ ਜਥੇਬੰਦੀਆਂ ਨੇ, ਜਿਹੜੀਆਂ ਭਾਜਪਾ ਵਿਰੋਧੀ ਜਥੇਬੰਦੀਆਂ ਨੇ, ਉਹਨਾਂ ਦੀ ਮਦਦ ਲੈ ਲੈਣੀ ਚਾਹੀਦੀ ਹੈ। ਬੇਸ਼ੱਕ ਉਹਨਾਂ ਨੂੰ ਸਟੇਜਾਂ 'ਤੇ ਨਾ ਬੈਠਣ ਦਿਓ, ਬੇਸ਼ੱਕ ਉਹਨਾਂ ਦੇ ਲੀਡਰਾਂ ਨੂੰ ਸਟੇਜਾਂ 'ਤੇ ਨਾ ਬੋਲਣ ਦਿਓ, ਬੇਸ਼ੱਕ ਉਹਨਾਂ ਨਾਲ ਮੰਚ ਤੇ ਮਾਈਕ ਦੀ ਸਾਂਝ ਨਾ ਕਰੋ, ਜਿਹੜੀ ਗੱਲ ਰਾਕੇਸ਼ ਟਕੈਤ ਨੇ ਕਹੀ ਆ, ਪਰ ਖੁੱਲ੍ਹਾ ਐਲਾਨ ਕਰੋ, ਖੁੱਲ੍ਹੇ ਤੌਰ 'ਤੇ ਆਖੋ ਕਿ ਜੇ ਸਾਡੀ ਗੱਲ ਭਾਰਤੀ ਜਨਤਾ ਪਾਰਟੀ ਨਹੀਂ ਸੁਣਦੀ, ਸਾਡੀ ਸਰਕਾਰ ਕੇਂਦਰ ਦੀ ਸਰਕਾਰ ਨਹੀਂ ਸੁਣਦੀ, ਤਾਂ ਜਿਹੜੀਆਂ ਜਥੇਬੰਦੀਆਂ ਕਿਸਾਨ ਪੱਖੀ ਨੇ, ਬੇਸ਼ੱਕ ਉਹ NDA ਦੇ ਵਿੱਚ ਨੇ, ਉਹਨਾਂ ਦਾ ਵੀ ਸਾਨੂੰ ਸਾਥ ਚਾਹੀਦਾ ਹੈ। ਉਹ ਭਾਜਪਾ ਦੇ ਖਿਲਾਫ ਅੰਦਰ ਰਹਿ ਕੇ ਬੇਸ਼ੱਕ ਮੋਰਚਾ ਖੋਲ੍ਹਣ ਜਾਂ NDA ਛੱਡਣ, ਜਿੱਦਾਂ ਸ਼੍ਰੋਮਣੀ ਅਕਾਲੀ ਦਲ ਨੇ ਛੱਡਿਆ ਹੈ, ਜਾਂ NDA ਛੱਡਣ ਆਪਣੀ ਯਕਜਹਿਤੀ ਜ਼ਾਹਰ ਕਰਨ ਦੇ ਲਈ, ਜਾਂ ਅੰਦਰ ਰਹਿ ਕੇ ਮੋਰਚਾ ਖੋਲ੍ਹਣ, ਉੱਥੇ ਉਹਨਾਂ ਨੂੰ ਅੰਦਰ ਰਹਿ ਕੇ ਮਾਰ ਦੇਣ। ਤੇ ਨਾਲ ਨਾਲ ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਜਿਹੜੀਆਂ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ ਦੇ ਵਿੱਚ ਨੇ, UPA ਦੇ ਵਿੱਚ ਨੇ, ਉਹਨਾਂ ਸਾਰੀਆਂ ਪਾਰਟੀਆਂ ਨੂੰ, ਤੇ ਜਿਹੜੀਆਂ ਆਜ਼ਾਦ ਪਾਰਟੀਆਂ ਖੜੀਆਂ ਨੇ, ਬੇਸ਼ੱਕ ਉਹ ਬੰਗਾਲ ਵਾਲੀ ਪਾਰਟੀ, ਬੰਗਾਲ ਦੀ ਇਲੈਕਸ਼ਨ ਹੋ ਰਹੀ ਆ, ਉੱਥੇ ਵੀ ਕਿਸਾਨ ਮੋਰਚਾ, ਜੇ ਉੱਥੇ ਵੀ ਭਾਰਤੀ ਜਨਤਾ ਪਾਰਟੀ ਜਿੱਤ ਗਈ ਤਾਂ ਕਿਸਾਨਾਂ ਦੀ ਕਿਸੇ ਨੇ ਗੱਲ ਨਹੀਂ ਸੁਣਨੀ। ਉਹਨਾਂ ਕਹਿਣਾ ਤੁਸੀਂ ਰੌਲਾ ਪਾਈ ਗਏ, ਲੋਕਾਂ ਨੇ ਵੋਟ ਸਾਨੂੰ ਪਾਤੀ।
ਸੋ ਸਿਆਸੀ ਮਾਰ ਇਹ ਗੱਲ ਕਹਿੰਦੇ ਨੇ ਕਿ ਕਿਸਾਨਾਂ ਨੂੰ ਹੁਣ ਥੋੜਾ ਜਿਹਾ ਸਿਆਸਤ ਵਾਲਾ ਦਿਮਾਗ ਬਦਲ ਕੇ ਵਰਤ ਕੇ ਤੁਰਨਾ ਪਵੇਗਾ। ਪਰ ਜੇ ਨਹੀਂ ਤੁਰਨਗੇ ਤਾਂ ਫਿਰ ਔਖਾ ਹੋ ਜਾਵੇਗਾ। ਜਦੋਂ ਕੋਈ ਤਾਕਤ ਵੱਡੀ ਹੁੰਦੀ ਹੈ ਉਹਨੂੰ ਹਰਾਉਣ ਦੇ ਲਈ ਤੁਹਾਨੂੰ ਆਪਣੇ ਆਪ ਨੂੰ ਯੂਨਾਈਟਿਡ ਕਰਨਾ ਪੈਂਦਾ ਹੈ। ਇਸ ਗੱਲ ਨੂੰ ਸਿੱਖਣਾ ਚਾਹੀਦਾ। ਗੁਰਨਾਮ ਸਿੰਘ ਚਡੂਨੀ ਨੇ ਆਪਣੇ ਹਰਿਆਣੇ 'ਚ ਆਪਣੀਆਂ ਜਥੇਬੰਦੀਆਂ ਨਾਲ ਤੋਰੀਆਂ ਹੋਈਆਂ, ਉਹਦੇ ਨਾਲ ਤੁਰਿਆ ਹੋਇਆ। ਰਕੇਸ਼ ਟਕੈਤ ਨੇ ਯੂਪੀ ਵਾਲੇ ਨੇ ਆਪਣੇ ਨਾਲ ਤੋਰੀਆਂ ਹੋਈਆਂ, ਤੁਰਿਆ ਹੋਇਆ। ਰਾਜਸਥਾਨ ਵਾਲੇ ਨੇ ਆਪਣੀਆਂ ਜਥੇਬੰਦੀਆਂ ਜਿਹੜੀਆਂ ਉੱਥੋਂ ਦੀਆਂ ਨਾਲ ਸਾਂਝ ਰੱਖੀ ਹੋਈ, ਉੱਥੇ ਸਰਕਾਰ ਵੀ ਕਾਂਗਰਸ ਦੀ ਆ। ਪਰ ਪੰਜਾਬ ਦੀਆਂ ਜਥੇਬੰਦੀਆਂ ਕਿਉਂ ਨਹੀਂ ਆਪਣੀਆਂ ਸਿਆਸੀ ਜਥੇਬੰਦੀਆਂ ਨਾਲ ਸਾਂਝ ਰੱਖ ਸਕੀ? ਸਿਆਸੀ ਜਥੇਬੰਦੀਆਂ ਨਾਲ ਸਾਂਝ ਨਹੀਂ ਰੱਖੀ, ਆਪਣੇ ਨੌਜਵਾਨਾਂ ਨੂੰ ਆਪਣੇ ਨਾਲ ਤੋੜ ਰਹੇ ਨੇ। ਜੇ ਗੱਲ ਅਸੀਂ ਨਹੀਂ ਕਹਾਂਗੇ ਤਾਂ ਹੋਰ ਕੌਣ ਕਹੇਗਾ? ਸਿਆਸੀ ਮਾਰ ਜਿਹੜੀ ਗੱਲ ਕਹਿੰਦੇ ਨੇ, ਜੋ ਨਹੀਂ ਕਹੀ ਜਾਊਗੀ ਤਾਂ ਹੋਰ ਕੌਣ ਕਹੇਗਾ? ਇਹ ਗੱਲ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਸਾਨੂੰ ਸਾਡੀਆਂ ਜ਼ਮੀਰਾਂ ਜਾਗਦੀਆਂ। ਅਸੀਂ ਕਿਸੇ ਇੱਕ ਧੜੇ 'ਚ ਨਹੀਂ, ਕਿਸੇ ਵੀ ਇੱਕ ਧੜੇ 'ਚ ਨਹੀਂ, ਤੇ ਇੱਕ ਪਾਸੜ ਹੋ ਕੇ ਗੱਲਾਂ ਕਹੀਆਂ ਨਹੀਂ ਜਾ ਸਕਦੀਆਂ। ਜਿਹੜੇ ਲੋਕ ਇੱਕ ਪਾਸੜ ਹੁੰਦੇ ਨੇ, ਕਦੀ ਇੱਕ ਧੜੇ ਨਾਲ ਖਲੋਗਾ, ਕਦੀ ਦੂਜੇ ਧੜੇ ਨਾਲ ਖਲੋਗਾ, ਕਦੀ ਤੀਜੇ ਧੜੇ ਨਾਲ ਖਲੋਗਾ, ਉਹ ਇਹ ਗੱਲਾਂ ਕਹਿ ਵੀ ਨਹੀਂ ਸਕਦੇ ਹੁੰਦੇ। ਉਹਨਾਂ ਨੇ ਆਪਣੇ ਧੜੇ ਦੀ ਗੱਲ ਕਰਨੀ ਹੁੰਦੀ। ਲੋਕਾਂ ਦੀ ਗੱਲ ਤਾਂ ਧੜੇ ਛੱਡ ਕੇ ਕੀਤੀ ਜਾ ਸਕਦੀ ਹੈ, ਤੇ ਜਿਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਹੁੰਦੀਆਂ ਨੇ ਉਹ ਧੜਿਆਂ ਵਿੱਚ ਖੜੇ ਹੁੰਦੇ ਨੇ, ਤੇ ਜਿਨ੍ਹਾਂ ਦੀ ਜ਼ਮੀਰ ਮਰ ਜਾਏ ਨਾ ਉਹ ਦੂਜਿਆਂ ਨੂੰ ਵੀ ਇਹ ਕਹਿਣ ਲੱਗ ਪੈਂਦੇ ਕਿ ਉਹਨਾਂ ਦੀ ਸ਼ਾਇਦ ਜ਼ਮੀਰ ਮਰ ਗਈ। ਸੰਗਤ ਟੈਲੀਵਿਜ਼ਨ, ਸੰਗਤ ਟਰਸਟ ਤੁਹਾਡੇ ਕੋਲ ਸਿਰਫ ਉਨੀ ਗੱਲ ਲੈ ਕੇ ਆਉਂਦਾ ਹੈ ਜਿੰਨੀ ਗੱਲ ਪੁਖਤਾ ਹੁੰਦੀ ਹੈ, ਜਿਹੜੀ ਆਲੇ ਦੁਆਲੇ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਕਿਸੇ ਇੱਕ ਧੜੇ ਵਿੱਚ ਨਹੀਂ, ਕਿਸੇ ਇੱਕ ਧੜੇ ਦੀ ਗੱਲ ਵੀ ਨਹੀਂ, ਸਰਕਾਰ ਵਿਰੋਧੀ ਵੀ ਨਹੀਂ, ਲੋਕ ਵਿਰੋਧੀ ਵੀ ਨਹੀਂ। ਦੋਵਾਂ ਦੀ ਬੈਲੈਂਸ ਗੱਲ ਜਿਹੜੀ ਮੀਡੀਆ ਨੂੰ ਕਰਨੀ ਚਾਹੀਦੀ ਹੈ। ਅਸੀਂ ਹਿੰਦੁਸਤਾਨ ਦੇ ਨੈਸ਼ਨਲ, ਭਾਰਤ ਦੇ ਨੈਸ਼ਨਲ ਮੀਡੀਆ ਨੂੰ, ਬਹੁਤ ਵੱਡੇ ਮੀਡੀਆ ਨੂੰ ਕਿਉਂ ਇੱਕ ਪਾਸੇ ਕਹਿ ਦਿੰਦੇ ਆ? ਕਿਉਂ ਗੋਦੀ ਮੀਡੀਆ ਕਹਿ ਦਿੱਤਾ ਜਾਂਦਾ ਹੈ? ਕਿਉਂਕਿ ਸਰਕਾਰਾਂ ਦੀ ਬੋਲੀ ਬੋਲਣ ਲੱਗ ਪਏ। ਲੋਕਾਂ ਦੀ ਗੱਲ, ਸਰਕਾਰ ਦੀ ਗੱਲ ਕਰਨੀ ਤਾਂ ਹੁੰਦੀ ਹੈ, ਮੀਡੀਆ ਨੇ ਵੀ ਸੱਚ ਸਾਹਮਣੇ ਲਿਆਉਣਾ ਹੁੰਦਾ ਹੈ, ਪਰ ਮੀਡੀਆ ਹਮੇਸ਼ਾ ਲੋਕਾਂ ਦੀ ਗੱਲ ਕਰਨੀ ਹੁੰਦਾ ਹੈ। ਸੋ ਸੰਗਤ ਟੈਲੀਵਿਜ਼ਨ ਸੰਗਤਾਂ ਦਾ ਮੀਡੀਆ ਹੈ, ਲੋਕਾਂ ਦਾ ਮੀਡੀਆ ਹੈ, ਸੱਚ ਸਾਹਮਣੇ ਲਿਆਉਣਾ ਚਾਹੁੰਦਾ ਹੈ। ਇਹ ਬਿਲਕੁਲ ਨਹੀਂ ਚਾਹੁੰਦਾ ਕਿ ਅਸੀਂ ਕਿਸੇ ਇੱਕ ਧੜੇ ਦੇ ਬਣੀਏ, ਕਿਸੇ ਇੱਕ ਪਾਸੇ ਦੀ ਗੱਲ ਬਣੀਏ, ਕਿਸੇ ਇੱਕ ਪਾਸੇ ਨੂੰ ਦਿਖਾਈਏ, ਕਿਸੇ ਦੂਜੇ ਪਾਸੇ ਨੂੰ ਨਾ ਦਿਖਾਈਏ। ਸਾਡੀ ਹਮਦਰਦੀ ਹੈ ਸਾਰਿਆਂ ਦੇ ਨਾਲ, ਜਿਹੜੇ ਘਰ ਛੱਡ ਕੇ ਤੁਰੇ ਹੋਏ ਨੇ, ਜਿਹੜੇ ਸੜਕਾਂ ਤੇ ਰੁਲ ਰਹੇ ਨੇ। ਉਹ ਲੋਕ ਕਈ ਮਹੀਨਿਆਂ ਤੋਂ ਜਿਹੜੇ ਸੜਕਾਂ ਤੇ ਬੈਠੇ ਨੇ, ਬਜ਼ੁਰਗ, ਉਹਨਾਂ ਦਾ ਵਾਸਤਾ, ਉਹਨਾਂ ਦਾ ਦੁੱਖ ਨਹੀਂ ਦੇਖਿਆ ਜਾਂਦਾ, ਉਹਨਾਂ ਮਾਤਾਵਾਂ ਦਾ, ਉਹਨਾਂ ਭੈਣਾਂ ਦਾ, ਜਿਨ੍ਹਾਂ ਨੇ ਸਿਰਾਂ ਦੇ ਵਿੱਚ ਪੱਥਰ ਖਾਧੇ, ਕੇਸ ਖੁੱਲੇ ਨੇ, ਪੱਗਾਂ ਲੱਥੀਆਂ ਨੇ, ਮੂੰਹ ਤੇ ਖੂਨ ਦੀਆਂ ਧਾਰਾਂ ਪਈਆਂ ਹੋਈਆਂ ਨੇ, ਫਿਰ ਵੀ ਕਹਿੰਦੇ ਨੇ ਮਰਨ ਵਾਲੀ ਕੌਮ ਨਹੀਂ, ਹਾਰਨ ਵਾਲੀ ਕੌਮ ਨਹੀਂ। ਇਹ ਕੌਮ ਸ਼ਾਂਤੀ ਵੀ ਨਹੀਂ ਛੱਡੇਗੀ, ਇਹ ਕੌਮ ਆਪਣਾ ਸਟੈਂਡ ਵੀ ਨਹੀਂ ਛੱਡੇਗੀ। ਭੈ ਕਾਹੂ ਕੋ ਦੇਤਨਾ ਨਹਿ ਪੈ ਮਾਨਤ ਆਣ ਦਾ ਨਾਰਾ ਦਿੱਤਾ ਜਾਂਦਾ ਉਦੋਂ। ਸਿਰਾਂ 'ਚ ਵੱਟੇ ਖਾ ਕੇ ਵੀ ਕੁੱਟਿਆ ਜਾ ਰਿਹਾ, ਸੜਕ ਤੇ ਘਸੀਟਿਆ ਜਾ ਰਿਹਾ ਪੁਲਿਸ ਵੱਲੋਂ, ਪਰ ਫਿਰ ਵੀ ਉਹ ਕਹਿ ਰਹੇ ਨੇ ਕਿ ਗੁਰੂਆਂ ਦੇ ਦੱਸੇ ਰਸਤੇ ਤੇ ਤੁਰਨ ਵਾਲੇ ਆ। ਸਾਡਾ ਗੁਰੂ ਤੱਤੀ ਤਵੀ ਤੇ ਵੀ ਬੈਠਦਾ ਹੈ ਤੇ ਫਿਰ ਵੀ ਕਹਿੰਦਾ ਤੇਰਾ ਭਾਣਾ ਮਿੱਠਾ ਲਾਗੇ। ਉਸ ਰਸਤੇ ਤੇ ਤੁਰਨ ਵਾਲੇ ਆ, ਸ਼ਾਂਤਮਈ ਕਰਕੇ ਆ ਤੇ ਸ਼ਾਂਤ ਰਹਿਣਾ ਹੈ, ਤੇ ਉਹਨਾਂ ਦੀ ਹਾਂ 'ਚ ਹਾਂ ਕਿਉਂ ਨਾ ਮਿਲਾਈ ਜਾਵੇ। ਸਾਰਿਆਂ ਦੀ ਗੱਲ, ਸਰਬੱਤ ਦੀ ਗੱਲ, ਸਾਂਝੀਵਾਲਤਾ ਦੀ ਗੱਲ, ਔਰ ਖਾਸ ਕਰਕੇ ਦੇਸ਼ ਦੀ ਸਰਕਾਰ ਨੂੰ ਇੱਕ ਗੱਲ ਕਿ ਲੋਕਾਂ ਦੀ ਗੱਲ ਸੁਣੇ ਬਿਨਾ ਲੋਕਤੰਤਰ ਬਚਦਾ ਨਹੀਂ। ਜਿਹੜੀਆਂ ਸਰਕਾਰਾਂ ਲੋਕਾਂ ਦੀ ਗੱਲ ਸੁਣਨੀ ਬੰਦ ਕਰ ਦਿੰਦੀਆਂ ਨੇ, ਉਹਨਾਂ ਦੇਸ਼ਾਂ ਦਾ ਲੋਕਤੰਤਰ ਵੀ ਖਤਰੇ 'ਚ ਪੈ ਜਾਂਦਾ ਹੈ। ਸੋ ਲੋਕਤੰਤਰ ਬਚਾਉਣਾ ਚਾਹੁੰਦੇ ਆ, ਦੇਸ਼ ਨੂੰ ਵੀ ਬਚਾਉਣਾ ਚਾਹੁੰਦੇ ਆ, ਆਪਣੇ ਸੱਭਿਆਚਾਰ ਨੂੰ ਵੀ ਬਚਾਉਣਾ ਚਾਹੁੰਦੇ ਆ, ਤੇ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਕਿਸਾਨ ਨੂੰ ਤੇ ਜਵਾਨ ਨੂੰ ਵੀ ਬਚਾਉਣਾ ਚਾਹੁੰਦੇ ਆ। ਸਾਰਿਆਂ ਦੇ ਨਾਲ ਖੜੇ ਆ, ਜਿਉਂਦੀ ਜ਼ਮੀਰ ਦੇ ਨਾਲ ਖੜੇ ਆ। ਇੰਨੇ ਸ਼ਬਦਾਂ ਦੇ ਨਾਲ ਖਿਮਾ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ